हेलो एवरीवन, वेलकम टू विक्टर्स नॉलेज। दिस इज चीनू शर्मा। सो आज मैं थोड़े लिए मच अवेटेड मेगा रिवीजन सैशन लैके आई हाँ फॉर द एग्जाम ऑफ आंगनवाड़ी सुपरवाइजर। ये एग्जाम PSSB ਦੇ ਦੁਆਰਾ ਲਿਆ ਜਾ ਰਿਹਾ ਹੈ। ਸੋ ਇਹਦੇ ਵਿੱਚ ਜਿਹੜਾ ਚਾਈਲਡ ਕੇਅਰ ਦਾ 20 ਨੰਬਰ ਦਾ ਪੋਰਸ਼ਨ ਆਉਣਾ, ਦਿਸ ਇਜ਼ ਗੋਇੰਗ ਟੂ ਬੀ ਵੈਰੀ ਇੰਪੋਰਟੈਂਟ। ਮੇਨਲੀ ਇਹੀ ਪਾਰਟ ਡਿਸਾਈਡ ਕਰੂਗਾ ਕਿ ਕਿਹੜਾ ਸਟੂਡੈਂਟ ਮੈਰਿਟ ਵਿੱਚ ਆਉਂਦਾ। ਸੋ ਅੱਜ ਆਪਾਂ ਇਸ ਮੇਗਾ ਰਿਵੀਜ਼ਨ ਸੈਸ਼ਨ ਦੇ ਵਿੱਚ ਇਹਦੇ ਸਾਰੇ ਇੰਪੋਰਟੈਂਟ MCQs ਕਵਰ ਕਰਾਂਗੇ। ਨਾਲ ਹੀ ਜਿਹੜਾ ਸੈਸ਼ਨ ਹੈ, ਜੇ ਕੋਈ ਸਟੂਡੈਂਟ PPSC CDPO ਐਗਜ਼ਾਮ ਦੀ ਤਿਆਰੀ ਕਰ ਰਿਹਾ ਹੈ ਉਹਨਾਂ ਸਟੂਡੈਂਟਸ ਲਈ ਵੀ ਇੰਪੋਰਟੈਂਟ ਹੈ, ਕਿਉਂਕਿ ਕੁਝ ਜਿਹੜੇ ਟੌਪਿਕਸ ਨੇ ਉਹ ਬਿਲਕੁਲ ਐਜ਼ ਇਟ ਇਜ਼ ਸਿਮਿਲਰ ਨੇ PPSC CDPO ਦੇ। ਸੋ ਨਾਓ ਲੈਟਸ ਗੈਟ ਸਟਾਰਟਡ। ਆਲਸੋ एग्जाम ਹੁਣ ਬਿਲਕੁਲ ਨੇੜੇ ਆ ਚੁੱਕਿਆ ਹੈ। ਸੋ ਜੇ ਤੁਸੀਂ ਆਪਣੀ ਰਿਵੀਜ਼ਨ ਹੋਰ ਸਟਰੋਂਗ ਕਰਨਾ ਚਾਹੁੰਦੇ ਹੋ, ਆਪਣੀ ਤਿਆਰੀ ਹੋਰ ਪਰਫੈਕਟ ਤਰੀਕੇ ਨਾਲ ਦੇਖਣਾ ਚਾਹੁੰਦੇ ਹੋ, ਤਾਂ ਤੁਸੀਂ ਮੌਕ ਟੈਸਟ ਖਰੀਦ ਸਕਦੇ ਹੋ ਜਾਂ ਫਿਰ ਤੁਸੀਂ ਜਿਹੜੇ ਨੋਟਸ ਦੀ PDF ਫਾਰਮ ਹੈ ਉਹ ਖਰੀਦ ਸਕਦੇ ਹੋ ਵਿਦ ਐਡੀਸ਼ਨਲ 200 MCQ। ਸੋ ਜਿਹੜੇ ਅੱਜ ਇਸ ਸੈਸ਼ਨ ਵਿੱਚ ਕਰਵਾ ਰਹੀ ਹਾਂ ਇਹ ਅਲੱਗ MCQs ਨੇ ਤੇ ਜਿਹੜੇ ਨੋਟਸ ਦੇ ਨਾਲ ਮਿਲ ਰਹੇ ਨੇ ਉਹ ਅਲੱਗ MCQs ਨੇ, ਜਿਹਦੇ ਨਾਲ ਤੁਹਾਡੀ ਜ਼ਿਆਦਾ ਤੋਂ ਜ਼ਿਆਦਾ MCQs ਦੀ ਪ੍ਰੈਕਟਿਸ ਹੋ ਸਕੇ। ਥਿਊਰੀ ਦੇ PDF ਫਾਰਮ 'ਚ ਨੋਟਸ ਲੈ ਸਕਦੇ ਹੋ ਤੇ ਜੇ ਤੁਸੀਂ ਇਹ ਤਿੰਨੋਂ ਚੀਜ਼ਾਂ ਲੈਣੀਆਂ ਨੇ, ਨੋਟਸ, MCQ, ਮੌਕ ਟੈਸਟ, then the price is rupees 600। ਜੇ ਕੱਲੇ ਮੌਕ ਟੈਸਟ ਲੈਣੇ ਹੋ then the price is rupees 350। ਕੋਈ ਵੀ ਮਟੀਰੀਅਲ ਖਰੀਦਣਾ ਹੈ ਜਾਂ ਜੇ ਤੁਹਾਡੀ ਕੋਈ ਹੋਰ ਕੁਐਰੀ ਹੈ ਤੁਸੀਂ ਈਮੇਲ ਭੇਜ ਸਕਦੇ ਹੋ on legalvictor02896@gmail.com। ਸੋ ਟੋਟਲ ਜਿਹੜੇ ਆਪਾਂ ਜੇ MCQ ਕਵਰ ਕਰਾਂਗੇ ਉਹ ਅਰਾਊਂਡ 180 ਤੋਂ ਜ਼ਿਆਦਾ ਹੋਣਗੇ। ਸੋ ਸਟਾਰਟਿੰਗ ਵਿਦ ਫਰਸਟ ਕੁਐਸਚਨ, ਪੈਡਾਗੋਜੀ ਦਾ ਕੀ ਮਤਲਬ ਹੈ? ਵੈਰੀ ਬੇਸਿਕ ਬਟ ਇੰਪੋਰਟੈਂਟ ਕੁਐਸਚਨ। ਪੈਡਾਗੋਜੀ ਵਰਡ ਦਾ ਮੀਨਿੰਗ ਹੈ ਟੂ ਲੀਡ ਦ ਚਾਈਲਡ। ਜਿਹੜਾ ਪੈਡਾਗੋਜੀ ਵਰਡ ਹੈ ਇਹ ਦੋ ਅਲੱਗ-ਅਲੱਗ ਵਰਡਸ ਨੂੰ ਮਿਲ ਕੇ ਬਣਿਆ ਹੈ। ਸੋ ਗ੍ਰੀਕ ਵਰਡ ਪੈਡੀਓਸ, ਜਿਹਦਾ ਮਤਲਬ ਹੁੰਦਾ ਹੈ ਬॉय ਜਾਂ ਫਿਰ ਚਾਈਲਡ, ਤੇ ਜਿਹੜਾ ਲਾਸਟ ਤੇ ਨਾਲ ਵਰਡ ਹੈ ਐਗੋਗੋਸ, ਉਹਦਾ ਹੁੰਦਾ ਲੀਡਰ। ਸੋ ਬੱਚਿਆਂ ਨੂੰ ਸਿੱਖਿਆ ਦੇ ਮਾਧਿਅਮ ਦੇ ਨਾਲ, ਟੀਚਿੰਗ ਦੇ ਨਾਲ ਜੋ ਲੀਡ ਕਰਦਾ ਹੈ, ਇੱਕ ਪਾਥ ਤੈਅ ਕਰਦਾ ਹੈ ਬੱਚਿਆਂ ਦਾ, ਉਹਦੀ ਸਾਰੀ ਟੀਚਿੰਗ, ਸਟੂਡੈਂਟ ਇੱਕ ਚਿਲਡਰਨ ਦੀ ਟੀਚਿੰਗ ਨੂੰ ਕਿਹਾ ਜਾਂਦਾ ਹੈ ਪੈਡਾਗੋਜੀ ਐਜ਼ ਸਚ ਸਬਜੈਕਟ। ਤੇ ਟੀਚਰ ਉਰੇ ਇੱਕ ਲੀਡਰ ਦਾ ਕੰਮ ਕਰਦਾ ਹੈ। ਅਗਲਾ ਕੁਐਸਚਨ ਹੈ ਯੂਜ਼ ਆਫ ਟੈਕਨੋਲੋਜੀ ਟੂ ਐਨਹਾਂਸ ਲਰਨਿੰਗ ਪ੍ਰੋਸੈਸ ਇਜ਼ ਕਾਲਡ ਡੈਸ਼ ਇਨ ਐਜੂਕੇਸ਼ਨ। ਪੜ੍ਹਾਈ ਦੇ ਵਿੱਚ ਟੈਕਨੋਲੋਜੀ ਦੀ ਵਰਤੋਂ ਕਰਨ ਨੂੰ ਕਿਹਾ ਜਾਂਦਾ ਹੈ ICT। ਆਪਸ਼ਨ A। ਬੈਸਟ ਮੈਥਡ ਟੂ ਸਟੱਡੀ ਗਰੋਥ ਐਂਡ ਡਿਵੈਲਪਮੈਂਟ ਆਫ ਚਾਈਲਡ, ਇਹਨੂੰ ਕਿਹਾ ਜਾਂਦਾ ਹੈ ਡਿਵੈਲਪਮੈਂਟਲ ਮੈਥਡ। ਅਲੱਗ-ਅਲੱਗ ਤਰੀਕੇ ਨੇ ਪੈਡਾਗੋਜੀ ਦੇ ਅੰਦਰ ਬੱਚਿਆਂ ਨੂੰ ਪੜ੍ਹਾਉਣ ਦੇ, ਉਹਨਾਂ ਨੂੰ ਸਮਝਾਉਣ ਦੇ। ਸੋ ਗਰੋਥ ਤੇ ਡਿਵੈਲਪਮੈਂਟ ਦੇ ਨਾਲ ਰਿਲੇਟਡ ਹੈ ਡਿਵੈਲਪਮੈਂਟਲ ਮੈਥਡ। ਪੈਡਾਗੋਜੀ ਕਿਸ ਚੀਜ਼ ਦੀ ਪੜ੍ਹਾਈ ਹੈ? ਇਹ ਹੈ ਟੀਚਿੰਗ ਮੈਥਡਸ ਦੀ। ਬੱਚਿਆਂ ਨੂੰ ਸਹੀ ਰਸਤੇ ਤੇ ਕਿਵੇਂ ਲਿਆ ਸਕਦੇ ਹਾਂ, ਉਹਨਾਂ ਨੂੰ ਸਹੀ ਗਾਈਡ ਕਿਵੇਂ ਕਰਨਾ ਹੈ, ਲੀਡ ਕਿਵੇਂ ਕਰਨਾ ਹੈ, ਪੜ੍ਹਾਈ ਦੇ ਕਿਹੜੇ-ਕਿਹੜੇ ਤਰੀਕੇ ਅਪਣਾਉਣੇ ਨੇ ਜਿਹਦੇ ਨਾਲ ਬੱਚੇ ਆਪਣੇ ਆਪ ਨੂੰ ਬੋਰਿੰਗ ਨਾ ਫੀਲ ਕਰਨ, ਉਹ ਰਿਸਟ੍ਰਿਕਟਡ, ਪ੍ਰੈਸ਼ਰਾਈਜ਼ ਨਾ ਫੀਲ ਕਰਨ। ਸੋ ਹਰ ਚੀਜ਼ ਦੀ ਜਾਣਕਾਰੀ ਆਉਂਦੀ ਹੈ ਬੱਚਿਆਂ ਨਾਲ ਰਿਲੇਟਡ ਪੈਡਾਗੋਜੀ, ਟੀਚਿੰਗ ਮੈਥਡ। ਵਿਚ ਆਫ ਦ ਫੋਲੋਇੰਗ ਇੰਡੀਕੇਟ ਚਾਈਲਡ ਫਿਜ਼ੀਕਲ ਗਰੋਥ। ਫਿਜ਼ੀਕਲ ਗਰੋਥ ਦਾ ਆਪਾਂ ਨੂੰ ਪਤਾ ਲੱਗਦਾ ਹੈ ਬਾਹਰ ਵਾਲੀ ਗਰੋਥ ਦਾ, ਉਹਦੀ ਹਾਈਟ ਤੋਂ, weight ਤੋਂ। ਸੋ ਹਾਈਟ weight ਕੀ ਹੈ? ਇਹਨਾਂ ਨੂੰ ਆਪਾਂ ਮਾਪ ਸਕਦੇ ਹਾਂ, ਮੈਜ਼ਰ ਕਰ ਸਕਦੇ ਹਾਂ। ਸੋ ਇਹ ਕੁਆਂਟੀਟੇਟਿਵ ਚੀਜ਼ਾਂ ਨੇ। ਆਪਸ਼ਨ A, ਇਹਨਾਂ ਦੀ ਇੱਕ ਕੁਆਂਟੀਟੀ ਹੈ। If a child has mental age of 5 years and chronological age of 4 years, ਤਾਂ ਉਹਦਾ IQ ਕਿੰਨਾ ਹੋਊਗਾ? ਸੋ ਸਿੰਪਲ ਜਿਹਾ ਫਾਰਮੂਲਾ ਹੈ, mental age divide by physical age multiply by 100। ਇਹਦੇ ਨਾਲ ਆਪਾਂ IQ ਕੱਢ ਲੈਂਦੇ ਹਾਂ। ਸੋ mental age ਹੈ ਉਰੇ 5, physical ਹੈ 4, ਇਹਨੂੰ 100 ਨਾਲ ਮਲਟੀਪਲਾਈ ਕਰਾਂਗੇ। ਸੋ ਕਿੰਨਾ ਆ ਗਿਆ? 4 ਨੂੰ 100 ਤੇ ਕੱਟਤਾ ਆਪਾਂ ਨੇ 25 ਦੇ ਨਾਲ, ਤੇ 25 5 ਦਾ ਕਿੰਨਾ ਹੁੰਦਾ? 125। ਸੋ ਰਾਈਟ ਆਂਸਰ ਹੈ ਆਪਸ਼ਨ B। Next है teacher should present information to student clearly and in an interesting way and relate this new information to the thing student। ਜਦੋਂ ਵੀ ਟੀਚਰ ਨੇ, ਅਧਿਆਪਕ ਨੇ ਜਵਾਕਾਂ ਨੂੰ, ਕੋਈ ਬੱਚਿਆਂ ਨੂੰ ਕੋਈ ਇਨਫੋਰਮੇਸ਼ਨ, ਕੋਈ ਜਾਣਕਾਰੀ ਦੇਣੀ ਹੈ, ਪਹਿਲੀ ਚੀਜ਼ ਸਾਫ਼-ਸਾਫ਼ ਸ਼ਬਦਾਂ 'ਚ ਜੋ, ਘੁਮਾ ਫਿਰਾ ਕੇ ਨਾ ਦਿਓ, ਕਲੀਅਰਲੀ ਦਿਓ ਤੇ ਇੱਕ ਇੰਟਰਸਟਿੰਗ ਵੇ ਦੇ ਵਿੱਚ ਦਿਓ। ਬੱਚੇ ਕਿਸੇ ਵੀ ਨਵੀਂ ਇਨਫੋਰਮੇਸ਼ਨ ਨੂੰ, ਨੌਲੇਜ ਨੂੰ, ਨਵੇਂ ਟੌਪਿਕ ਨੂੰ ਬੋਰਿੰਗ ਨਾ ਫੀਲ ਕਰਨ। ਤੇ ਟਰਾਈ ਕਰੋ ਕਿ ਨਵੇਂ ਟੌਪਿਕ ਨੂੰ ਪਿਛਲੀਆਂ ਜੋ ਆਲਰੇਡੀ ਬੱਚਿਆਂ ਨੂੰ ਚੀਜ਼ਾਂ ਪਤਾ ਨੇ ਉਹਨਾਂ ਦੇ ਨਾਲ ਰਿਲੇਟ ਕਰਕੇ ਦੱਸੋ। ਸੋ ਉਹੀ ਇਸ ਕੁਐਸਚਨ ਦਾ ਆਨਸਰ ਹੈ ਜਿਹੜੀਆਂ ਚੀਜ਼ਾਂ ਬੱਚਿਆਂ ਨੂੰ ਆਲਰੇਡੀ ਪਤਾ ਨੇ, ਆਲਰੇਡੀ ਨੋ। ਟਰਮ PSRN in development implies। ਸੋ ਇਹ P stands for perpetual skill, R reasoning ਤੇ N ਹੈ numeracy।
इंडिविजुअल लर्नस फ्रॉम हिज ओन मिस्टेक, इंसान अपनी गलतियां तो ही सीखता है। एक केड़ा लर्निंग थ्योरी है, मैथड है जिहदा एक इंपॉर्टेंट स्टेटमेंट है। सो ये तरीका अपनाया जाता है ट्रायल एंड एरर, कि करके देखो, बाय चांस कोई गलती भी हुंदी है तो उस गलती चो सीखो ते दोबारा उन्हें रिपीट ना करो। सो ऑप्शन, व्हाट शुड बी द रोल ऑफ टीचर इन मीटिंग इंडिविजुअल डिफरेंस। हर बच्चे ਦੀ ਆਪਣੀ ਅਲੱਗ ਜ਼ਰੂਰਤਾਂ ਨੇ, ਅਲੱਗ ਰਿਕੁਆਇਰਮੈਂਟ ਨੇ। ਇੱਕ ਅਧਿਆਪਕ ਨੂੰ ਇੰਡੀਵਿਜੂਅਲ ਪਰਸਨਲ ਡਿਫਰੈਂਸ ਦੂਰ ਕਰਨ ਦੇ ਲਈ, ਪਰਸਨਲ ਪ੍ਰੋਬਲਮ ਦੂਰ ਕਰਨ ਦੇ ਲਈ ਬੱਚਿਆਂ ਨੂੰ ਕਿਹੜਾ ਰੋਲ ਅਦਾ ਕਰਨਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤਾਂ ਬੱਚੇ ਦੀ ਜ਼ਰੂਰਤ ਦੇ ਅਕੋਰਡਿੰਗ, ਇੱਕ ਪਰਸਨਲ ਜ਼ਰੂਰਤ ਦੇ ਅਕੋਰਡਿੰਗ ਟਰਾਈ ਕਰੋ ਕਿ ਜਿਹੜਾ ਤੁਸੀਂ ਸਿਲੇਬਸ ਕਰਿਕੂਲਮ ਸੈੱਟ ਕਰ ਰਹੇ ਹੋ ਉਹਦੇ 'ਚ ਹਰ ਬੱਚਾ ਐਡਜਸਟ ਕਰ ਸਕੇ। ਉਸ ਤੋਂ ਬਾਅਦ हर बच्चे का एक कॉमन इंटरस्ट देखो, ये देखो कि जे 4 साल की उम्र के बच्चे ने तो उन्होंने लैवल की है, वो की सीख सकते हैं। इसे तरीके दे नाल एक कॉमन अप्रोच अपना के अबिलिटी, इंटरस्ट, एप्टीट्यूड नूं जान के बच्चों की फिर अपना सारा पैटर्न पढ़ाई का तैयार करो। सो दोनों ऑप्शन ए ते बी सही आंसर ने। राइट आंसर है सी, ऑप्शन ए एंड बी बोथ। ट्राई टू एडजस्ट करिकुलम, करिकुलम का मतलब होंदा पूरा दा पूरा सिलेबस as per the needs of individual। try to know the ability, जानने की कोशिश करो कि बच्चे दा की इंटरेस्ट है and aptitude। how a teacher should behave with the student, टीचर ਨੂੰ ਬੱਚਿਆਂ ਦੇ ਨਾਲ ਇੱਕ ਦੋਸਤ ਦੀ ਤਰ੍ਹਾਂ ਬਿਹੇਵ ਕਰਨਾ ਚਾਹੀਦਾ ਹੈ। ਆਪਸ਼ਨ ਏ, dash is the capacity to acquire and apply knowledge। ਇੰਟੈਲੀਜੈਂਸ ਇਨਸਾਨ ਦੀ ਤੈਅ ਕਰਦੀ ਹੈ ਕਿ ਉਹ ਨੌਲੇਜ ਨੂੰ ਕਿੰਨਾ ਗੇਨ ਕਰਦਾ ਹੈ, ਸਮਝਦਾ ਹੈ, ਐਕਵਾਇਰ ਕਰਦਾ ਹੈ ਤੇ ਉਸ ਨੌਲੇਜ ਨੂੰ ਫਿਰ ਇਨਸਾਨ ਕਿੱਥੇ ਅਪਲਾਈ ਕਰਦਾ ਹੈ। ਸੋ ਉਹ ਸਾਰਾ ਨਿਰਭਰ ਕਰਦਾ ਉਹਦੀ ਇੰਟੈਲੀਜੈਂਸ ਤੇ। Who is regarded as first teacher, ਬੱਚੇ ਦਾ ਪਹਿਲਾ ਟੀਚਰ ਕਿਹਾ ਜਾਂਦਾ ਹੈ ਉਹਦੀ ਮਦਰ ਨੂੰ। ਸੋਸ਼ਲਾਈਜੇਸ਼ਨ ਦਾ ਜਿਹੜਾ ਟੌਪਿਕ ਹੈ ਉਹਦੇ ਵਿੱਚ ਵੀ ਇਹ ਚੀਜ਼ ਆਪਾਂ ਦੇਖਦੇ ਹਾਂ। ਸਭ ਤੋਂ ਪਹਿਲਾਂ ਬੱਚਾ ਇੰਟਰੈਕਟ ਕਰਦਾ ਹੈ, ਚੀਜ਼ਾਂ ਸਿੱਖਦਾ ਹੈ ਆਪਣੀ ਮਦਰ ਤੋਂ। ਸੋ ਆਪਸ਼ਨ ਸੀ। Who is the father of genetic epistemology, इस इंपॉर्टेंट कंसेप्ट दे थ्योरी दे फादर ने पियागेट। ऑप्शन डी, पियागेट दे इंपॉर्टेंट थ्योरीज भी ने चाइल्ड बिहेवियर दा, वो भी इंपॉर्टेंट ने। नेक्स्ट है रेशियो ऑफ मेंटल एज टू क्रोनोलॉजिकल, क्रोनोलॉजिकल दा और मतलब है फिजिकल। ये मैं तुहानू पिछे ही फार्मूला ऑलरेडी करवा चुकी हां, सो इसदा आंसर तुहानू पता होना चाहिए। सो अपन ने ये फार्मूला लगा के कढ़िया सी IQ। IQ दी फुल फॉर्म की हुंदी है इंटैलिजेंस कोशेंट। ऑप्शन ए। ਐਸ ਸੱਚ ਤੁਹਾਨੂੰ IQ ਦੀ ਸਿਰਫ ਫੁੱਲ ਫਾਰਮ ਵੀ ਪੇਪਰ 'ਚ ਆ ਸਕਦੀ ਹੈ। ਸੋ ਇਹ ਤੁਸੀਂ ਯਾਦ ਰੱਖਣਾ ਹੈ। ਅਗਲਾ ਹੈ ਖਿਡੌਣਿਆਂ ਨਾਲ ਖੇਡਣ ਵਾਲੀ ਟੌਏ ਏਜ ਕਿਹਨੂੰ ਕਿਹਾ ਜਾਂਦਾ ਹੈ। ਟੌਏ ਏਜ ਕਿਹਾ ਜਾਂਦਾ ਹੈ ਅਰਲੀ ਚਾਈਲਡਹੁੱਡ ਨੂੰ, ਜ਼ਿਆਦਾਤਰ 0 ਤੋਂ 6 ਸਾਲ। A child writes with his or her left hand and is comfortable doing things with he or she should be। ਜੇ ਕੋਈ ਬੱਚਾ ਖੱਬੇ ਹੱਥ ਨਾਲ ਸਹੀ ਤਰੀਕੇ ਨਾਲ ਲਿਖ ਰਿਹਾ, ਕੰਫਰਟੇਬਲ ਹੈ, ਸਾਰੇ ਕੰਮ ਆਪਣੇ ਆਰਾਮ ਨਾਲ ਕਰ ਸਕਦਾ ਹੈ, ਤਾਂ ਆਪਾਂ ਨੂੰ ਕੀ ਕਰਨਾ ਚਾਹੀਦਾ? ਆਪਾਂ ਨੂੰ ਬੱਚੇ ਦੀ ਉਸ ਆਦਤ ਨੂੰ ਨਹੀਂ ਰੋਕਣਾ ਚਾਹੀਦਾ, ਧੱਕੇ ਨਾਲ ਬਦਲਣਾ ਨਹੀਂ ਚਾਹੀਦਾ, ਉਹਦੀ ਪ੍ਰੈਫਰੈਂਸ ਨੂੰ ਅਲਾਉ ਕਰਨਾ ਚਾਹੀਦਾ ਹੈ। ਆਪਸ਼ਨ ਸੀ। Which of the following statement is not appropriate to motivation as a process? ਕਿਸੇ ਨੂੰ ਮੋਟੀਵੇਟ ਕਰਨਾ, ਉਹਦੇ ਲਈ ਜਿਹੜੀ ਸਟੇਟਮੈਂਟ ਗਲਤ ਹੈ ਉਹ ਹੈ ਆਪਸ਼ਨ ਬੀ, it keeps away from an unpleasant situation। motivation ਕਦੇ ਵੀ ਕਿਸੇ ਦਾ ਜਿਵੇਂ ਕੋਈ ਜਜ਼ਬਾ ਪੈਦਾ ਕਰਨਾ ਚਾਹੁੰਦੇ ਹੋ ਕਿਸੇ ਸਿਚੁਏਸ਼ਨ ਦਾ, ਤਾਂ ਇਹ ਨਹੀਂ ਕਿ ਉਹਨੂੰ ਤੁਸੀਂ ਕਿਸੇ ਅਨਪਲੇਜ਼ੈਂਟ ਸਿਚੁਏਸ਼ਨ ਤੋਂ ਦੂਰ ਕਰ ਰਹੇ ਹੋ। ਸੋ ਇਹ ਸਟੇਟਮੈਂਟ ਇਸ ਮੋਟੀਵੇਸ਼ਨ ਪ੍ਰੋਸੈਸ ਦੇ ਨਾਲ ਬਿਲਕੁਲ ਹੀ ਗਲਤ ਹੈ। ਅਗਲਾ ਕੁਐਸਚਨ ਹੈ ਕਿਸ ਟਾਈਪ ਦੀ ਸੋਚ ਲਈ ਸ਼ਬਦਾਂ ਦੀ ਜ਼ਰੂਰਤ ਨਹੀਂ ਹੈ। ਸੋ ਉਹ ਹੈ ਇਮੈਜੀਨੇਟਿਵ। ਜੇ ਤੁਸੀਂ ਕੁਝ ਸਿਰਫ ਆਪਣੇ ਦਿਮਾਗ ਸੋਚਣਾ ਹੈ, ਇਮੈਜਿਨ ਕਰਨਾ ਹੈ, ਤਾਂ ਉਹਦੇ ਲਈ ਸ਼ਬਦਾਂ ਦੀ ਕੋਈ ਲੈਂਗੁਏਜ ਦੀ ਜ਼ਰੂਰਤ ਨਹੀਂ ਹੈ। ਆਪਸ਼ਨ ਡੀ। being gifted, ਕਿਹੜਾ ਬੱਚਾ ਨਹੀਂ ਹੈ, ਸਾਈਨ ਕਿਹੜਾ ਨਹੀਂ ਹੈ ਕਿ ਉਹ ਬੱਚਾ ਗਿਫਟਡ ਨਹੀਂ ਹੈ। ਸੋ ਉਹ ਹੈ ਪੂਅਰ ਰਿਲੇਸ਼ਨ ਵਿਦ ਪੀਅਰ। ਉਸ ਬੱਚੇ ਨੂੰ ਆਪਾਂ ਗਿਫਟਡ ਚਾਈਲਡ ਨਹੀਂ ਕਹਿੰਦੇ ਜਿਹੜੇ ਬੱਚੇ ਦਾ ਆਪਣੇ ਆਲੇ ਦੁਆਲੇ ਦੇ ਲੋਕਾਂ ਨਾਲ, ਪੀਅਰ ਦਾ ਮਤਲਬ ਹੁੰਦਾ ਹੈ ਉਹਦੇ ਦੋਸਤ, ਘਰ ਦੇ, ਮਦਰ, ਫਾਦਰ, ਸਿਬਲਿੰਗ। ਸੋ ਜਿਹਦਾ ਆਪਣੇ ਪੀਅਰਸ ਦੇ ਨਾਲ ਸਹੀ ਰਿਸ਼ਤਾ ਨਹੀਂ ਹੈ ਉਹਨੂੰ ਆਪਾਂ ਗਿਫਟਡ ਚਾਈਲਡ ਨਹੀਂ ਕਹਿੰਦੇ। ਆਪਸ਼ਨ ਬੀ। ਨੈਕਸਟ 4 ਸਟੇਟਮੈਂਟਸ ਦੇ ਵਿੱਚੋਂ ਕਿਹੜੀ ਸਟੇਟਮੈਂਟ ਗਲਤ ਹੈ? राइट आंसर है सी, डेवलपमेंट इज अ क्वांटिटेटिव प्रोसेस। क्योंकि पहला भी आपने देखा है डेवलपमेंट क्वांटिटेटिव के नाल नाल क्वालिटेटिव भी है। आपने थ्योरी विच भी बहुत चंगी तरह समझा सी। क्वालिटेटिव का मतलब है कि किसी दी डेवलपमेंट देखने के लिए
ਉਹਦੀਆਂ ਕੁਆਲਿਟੀਜ਼ ਅੰਦਰਲੀਆਂ ਚੀਜ਼ਾਂ ਵੀ ਦੇਖੇ ਜਾਂਦੇ ਨੇ ਕੁਆਂਟੀਟੀ ਸਿਰਫ ਉਹਦੇ weight height ਨਹੀਂ ਦੇਖੀ ਜਾਂਦੀ ਮੈਂਟਲੀ ਉਹ ਕਿੰਨਾ ਡਿਵੈਲਪਮੈਂਟ ਹੈ ਸਟੇਬਲ ਹੈ ਉਹ ਚੀਜ਼ ਵੀ ਤੈਅ ਕਰਦੀ ਹੈ ਕਿ ਪ੍ਰੋਪਰ ਕਿਸੇ ਬੱਚੇ ਦੀ ਇਨਸਾਨ ਦੀ ਡਿਵੈਲਪਮੈਂਟ ਹੋ ਰਹੀ ਹੈ ਜਾਂ ਫਿਰ ਨਹੀਂ According to John Dewey, school is dash institution and education is dash process. So John Dewey ਦੇ ਅਨੁਸਾਰ ਸਕੂਲ ਇੱਕ social institution ਹੈ ਤੇ ਪੜ੍ਹਾਈ ਵੀ ਇੱਕ social ਤਰੀਕਾ ਹੈ ਬੱਚੇ ਨੂੰ ਡਿਵੈਲਪ ਕਰਨ ਦਾ ਸਕੂਲ ਇੱਕ important part ਆਉਂਦਾ ਹੈ ਜਦੋਂ ਆਪਾਂ socialization ਦਾ ਟੌਪਿਕ ਪੜ੍ਹਦੇ ਹਾਂ Which of the following is not the tool for formative assessment in scholastic domain? So ਉਹ ਹੈ project option C ਇਹਦੇ ਨਾਲ ਕੋਈ formative assessment ਨਹੀਂ ਹੁੰਦੀ Which of the following statement is not true in case of multiple choice question? ਜਦੋਂ ਆਪਾਂ ਕਿਸੇ ਨੂੰ assess ਕਰਨ ਦੇ ਲਈ ਕਿਸੇ ਦੀ mental ability assess ਕਰਨ ਦੇ ਲਈ MCQ ਦਿੰਨੇ ਆ ਤਾਂ MCQ ਨੂੰ ਲੈ ਕੇ ਇਹਨਾਂ ਚਾਰਾਂ ਚੋਂ ਕਿਹੜੀ statement ਗਲਤ ਹੈ Even an inexperienced teacher can prepare the question easily. ਇਹ ਬਿਲਕੁਲ ਹੀ ਗਲਤ ਹੈ MCQs ਤਿਆਰ ਕਰਨ ਦੇ ਲਈ ਇੱਕ experienced teacher ਹੀ ਚਾਹੀਦਾ Special education is related to special education ਜਿਹੜੇ ਵਿਕਲਾਂਗ ਬੱਚੇ ਨੇ ਕੋਈ ਮੈਂਟਲੀ ਅਪਸੈਟ ਬੱਚੇ ਨੇ ਜਾਂ ਕੋਈ ਹੋਰ ਉਹਨਾਂ ਨੂੰ ਪ੍ਰੋਬਲਮ ਹੈ ਕੋਈ ਸਪੈਸ਼ਲ ਹੈਲਪ ਦੀ ਜ਼ਰੂਰਤ ਹੈ ਨਾਰਮਲ ਬੱਚਿਆਂ ਨਾਲੋਂ ਉਹਨਾਂ ਦੀ ਪੜ੍ਹਾਈ ਦੇ ਲਈ ਜਿਹੜੇ ਪ੍ਰੋਗਰਾਮ ਤਿਆਰ ਕੀਤੇ ਜਾਂਦੇ ਨੇ ਡਿਸੇਬਲਡ ਬੱਚਿਆਂ ਦੇ ਲਈ ਉਹਨਾਂ ਨੂੰ ਕਹਿੰਦੇ ਆਪਾਂ ਸਪੈਸ਼ਲ ਐਜੂਕੇਸ਼ਨ ਉਹਨਾਂ ਬੱਚਿਆਂ ਦੇ ਲਈ ਆਪਾਂ ਵਰਡ ਹਮੇਸ਼ਾ ਯੂਜ਼ ਕਰਦੇ ਹਾਂ ਕਦੇ ਆਪਾਂ ਡਿਸੇਬਲਡ ਨਹੀਂ ਕਹਿੰਦੇ ਉਹਨਾਂ ਨੂੰ ਕਹਿੰਦੇ ਆ ਸਪੈਸ਼ਲ ਚਾਈਲਡ ਮਤਲਬ ਰੱਬ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਬਣਾਇਆ ਹੈ ਕਿ ਉਹਨਾਂ ਦੀ ਬਾਕੀਆਂ ਨਾਲੋਂ ਥੋੜੀਆਂ ਜਿਹਾ ਕੁਝ ਸਪੈਸ਼ਲ ਜ਼ਰੂਰਤਾਂ ਨੇ ਜਿਹੜੀ ਆਪਾਂ ਨੂੰ ਐਜ਼ ਅ ਸੋਸਾਇਟੀ ਮਿਲ ਕੇ ਪੂਰੀਆਂ ਕਰਨੀਆਂ ਚਾਹੀਦੀਆਂ ਨੇ Which of the following should be used to increase correct response and appropriate behavior? So, ਉਹ ਹੈ praise option A. Both the chronological, physical and mental age of a pupil is 7. He may be classified into which category? ਜਿਹਦੀ chronological, mental ਤੇ physical age ਦੋਨੋਂ ਬਰਾਬਰ ਦੀਆਂ ਹੋਣ ਉਹਨੂੰ ਕਿਹਾ ਜਾਂਦਾ ਹੈ normal intelligence. Option C. As people grow older, ਜਿਵੇਂ ਇਨਸਾਨ ਬੁੜੇ ਹੁੰਦੇ ਜਾਂਦੇ ਆ the dash of learning decline speed ਹੈ ਜਿਹੜੀ ਨਵੀਆਂ ਚੀਜ਼ਾਂ ਸਿੱਖਣ ਦੀ ਲਰਨਿੰਗ ਦੀ ਯੂਜੂਅਲੀ ਘਟਣ ਲੱਗ ਜਾਂਦੀ ਹੈ ਆਪਸ਼ਨ ਸੀ according to John Dewey schools must prepare students for ਸਕੂਲਾਂ ਨੂੰ ਬੱਚਿਆਂ ਨੂੰ present life ਲਈ ਮੌਜੂਦਾ ਜੋ ਜ਼ਿੰਦਗੀ ਹੈ ਸਿਚੁਏਸ਼ਨ ਹੈ ਉਹਦੇ ਲਈ ਜ਼ਿਆਦਾ ਤੋਂ ਜ਼ਿਆਦਾ ਤਿਆਰ ਕਰਨਾ ਚਾਹੀਦਾ ਹੈ What type of evaluation identify the learning deficiency and difficulty of the learner? So, ਉਹ type ਹੈ diagnostic ਜਿਹਦੇ ਵਿੱਚ learning ਸਿੱਖਣ ਦੇ ਵਿੱਚ ਕੀ problem ਆ ਰਹੀਆਂ ਨੇ difficulty ਆ ਰਹੀ ਹੈ ਉਹ ਸਾਰੀਆਂ ਚੀਜ਼ਾਂ ਨੂੰ ਦੇਖਿਆ ਜਾਂਦਾ ਹੈ diagnose ਕੀਤਾ ਜਾਂਦਾ ਹੈ Which indicate the change in quality or character of a child? So, ਉਹ ਹੈ development that put the change in the quality as well as character of the child ਨੈਕਸਟ ਹੈ ਮਲਟੀਪਲ ਇੰਟੈਲੀਜੈਂਸ ਦੀ ਥਿਊਰੀ ਦੇ ਫਾਦਰ ਕਿਹਨੂੰ ਕਿਹਾ ਜਾਂਦਾ ਹੈ ਇਸ ਟਾਈਪ ਦੇ ਕੁਐਸਚਨ ਤੁਸੀਂ ਜ਼ਰੂਰ ਅਲੱਗ ਤੋਂ ਨੋਟ ਕਰਦੇ ਜਾਣਾ ਨਾਲ ਦੀ ਨਾਲ ਯਾਦ ਕਰਦੇ ਰਹੋ ਮਲਟੀਪਲ ਇੰਟੈਲੀਜੈਂਸ ਥਿਊਰੀ ਦੇ ਫਾਦਰ ਨੇ ਗਾਰਡਨਰ ਆਪਸ਼ਨ ਡੀ ਸਿੰਗਲ ਫੈਕਟਰ ਥਿਊਰੀ ਆਫ ਇੰਟੈਲੀਜੈਂਸ ਵੈਰੀ ਇੰਪੋਰਟੈਂਟ ਐਲਫਰੈਡ ਬਿਨੇਟ ਉੱਤੇ ਤੁਸੀਂ ਕੁਐਸਚਨ ਜ਼ਰੂਰ ਪੇਪਰ 'ਚ ਐਕਸਪੈਕਟ ਕਰ ਸਕਦੇ ਹੋ ਕਿਸੇ ਵੀ ਫਾਰਮ ਦਾ ਸੋ ਇਹ ਥਿਊਰੀ ਦਿੱਤੀ ਹੈ ਐਲਫਰੈਡ ਬਿਨੇਟ ਲਰਨਿੰਗ ਡਿਪੈਂਡ ਔਨ ਕੋਗਨੀਟਿਵ ਡਿਵੈਲਪਮੈਂਟ always option C who gives more stress to philosophy of social constructivism so ਉਹ ਹੈ Vygotsky option D best place social development ਦੀ 12 ਸਾਲ ਦੇ ਬੱਚੇ ਦੀ ਕਿਹੜੀ ਹੋਗੀ ਸੋ 12 ਸਾਲ ਦੇ ਬੱਚੇ ਨੂੰ ਸਭ ਤੋਂ ਜ਼ਿਆਦਾ ਪਲੇਗਰਾਉਂਡ ਵਗੈਰਾ ਦੇ ਵਿੱਚ ਵੀ ਜਾਣਾ ਚਾਹੀਦਾ ਹੈ ਕਿਉਂਕਿ ਇੱਕ ਇਹੋ ਜਿਹੀ ਏਜ ਹੁੰਦੀ ਹੈ ਟੈਂਡਰ ਏਜ ਹੁੰਦੀ ਹੈ ਐਡੋਲੈਸੈਂਸ ਵਾਲੀ ਜਿੱਥੇ ਤੁਹਾਡੀ ਫਿਜ਼ੀਕਲ ਐਕਟੀਵਿਟੀ ਬਹੁਤ ਮਾਇਨੇ ਰੱਖਦੀ ਹੈ ਸੋ ਪਲੇਗਰਾਉਂਡ ਬੈਸਟ ਜਗ੍ਹਾ ਹੁੰਦੀ ਹੈ ਸੋਸ਼ਲ ਡਿਵੈਲਪਮੈਂਟ Select the educable group of students from the following group indicating different IQ level. So, ਉਹ ਮੰਨਿਆ ਜਾਂਦਾ ਹੈ 50 to 70 ਵਾਲਾ option C. Theory of multiple intelligence implies the following except. Theory of multiple intelligence ਇਹਨਾਂ ਤਿੰਨਾਂ ਬਾਰੇ ਗੱਲ ਕਰਦੀ ਹੈ ਸਿਰਫ D option ਹੈ ਜਿਹੜੀ ਇਹ ਉਰੇ ਗਲਤ ਹੈ Emotional intelligence IQ ਦੇ ਨਾਲ related ਨਹੀਂ ਹੈ ਇਹ ਗਲਤ ਹੈ Multiple intelligence theory ਅਲੱਗ-ਅਲੱਗ ਸਿਚੁਏਸ਼ਨ ਅਲੱਗ-ਅਲੱਗ ਚੀਜ਼ਾਂ ਦਾ ਇੰਟੈਲੀਜੈਂਸ ਦੇ ਨਾਲ ਕੀ ਰਿਸ਼ਤਾ ਹੈ ਉਹਦੇ ਬਾਰੇ ਗੱਲ ਕਰਦੀ ਹੈ ਸੋ ਆਪਸ਼ਨ ਡੀ ਉਰੇ ਰਾਈਟ ਆਨਸਰ ਹੈ ਤੇ ਜਿਹੜੀ ਮਲਟੀਪਲ ਇੰਟੈਲੀਜੈਂਸ ਦੀ ਥਿਊਰੀ ਹੈ ਉਹ ਦੱਸਦੀ ਹੈ
ਵੀ ਕਿਵੇਂ ਲਰਨਿੰਗ ਨੂੰ ਆਪਾਂ ਅਲੱਗ-ਅਲੱਗ ਮੀਨਸ ਦੇ ਨਾਲ ਦੇਖ ਸਕਦੇ ਹਾਂ, ਅਲੱਗ-ਅਲੱਗ ਇੰਡੀਵਿਜੂਅਲ ਦੀ ਆਪਣੀ ਆਪਣੀ ਪ੍ਰੋਬਲਮ ਹੈ ਤੇ ਉਹ ਪ੍ਰੋਬਲਮ ਇਨਸਾਨ ਕਿਵੇਂ ਸੋਲਵ ਕਰਦਾ, ਉਹ ਚੀਜ਼ ਤੈਅ ਕਰਦੀ ਹੈ ਉਸ ਇਨਸਾਨ ਦੀ ਇੰਟੈਲੀਜੈਂਸ ਕਿੰਨੀ ਹੈ। ਅਗਲਾ ਕੁਐਸਚਨ ਹੈ ਨੇਚਰ ਆਫ ਚਿਲਡਰਨ ਆਰ ਲਾਈਕ, ਬੱਚਿਆਂ ਦੀ ਜਿਹੜੀ ਨੇਚਰ ਹੁੰਦੀ ਹੈ ਉਹ ਇਮੀਟੇਟਿਵ ਹੁੰਦੀ ਹੈ, ਆਪਸ਼ਨ। ਨੈਕਸਟ ਇੱਕ ਕਾਫੀ ਇੰਪੋਰਟੈਂਟ ਕੁਐਸਚਨ ਹੈ ਆਈਕਿਊ ਸਕੋਰ ਜਨਰਲੀ ਅਕੈਡਮਿਕ ਪਰਫਾਰਮੈਂਸ ਦੇ ਨਾਲ ਕੋਰਿਲੇਟ ਕਰਕੇ ਆਪਾਂ ਦੇਖਦੇ ਹਾਂ। ਸੋ ਹਾਈਲੀ ਕੋਰਿਲੇਟਡ ਹੈ, ਬਹੁਤ ਸਟਰੋਂਗ ਰਿਲੇਸ਼ਨ ਹੈ ਅਕੈਡਮਿਕ ਪਰਫਾਰਮੈਂਸ ਤੇ ਆਈਕਿਊ ਦਾ, ਕਿਉਂਕਿ ਇੱਕ ਇੰਟੈਲੀਜੈਂਸ ਜੇ ਦੇਖਣੀ ਹੈ ਤਾਂ ਆਪਾਂ ਉਹਦੇ ਲਈ ਬੈਸਟ ਤਰੀਕਾ ਅਪਣਾਉਂਦੇ ਹਾਂ ਕਿ ਅਲੱਗ-ਅਲੱਗ ਕਲਾਸ ਵਿੱਚ ਬੱਚਾ ਕਿਵੇਂ ਪਰਫਾਰਮ ਕਰ ਰਿਹਾ, ਕਿਉਂਕਿ ਹਰ ਕਲਾਸ ਦਾ ਜਿਹੜਾ ਸਿਲੇਬਸ ਹੈ ਕਿਸੇ ਵੀ ਬੋਰਡ ਦਾ, ਪੰਜਾਬ ਸਕੂਲ ਐਜੂਕੇਸ਼ਨ ਬੋਰਡ, ਸੀਬੀਐਸਈ, ਆਈਸੀਐਸਈ, ਕੋਈ ਵੀ ਬੋਰਡ ਹੈ, ਇਸ ਤਰੀਕੇ ਨਾਲ ਕਿਤਾਬਾਂ, ਪੜ੍ਹਾਈ, ਪੇਪਰ ਤਿਆਰ ਕੀਤੇ ਜਾਂਦੇ ਨੇ ਕਿ ਉਸ ਏਜ ਗਰੁੱਪ ਦੇ ਕਾਮਨ ਜਿਹੜੇ ਬੱਚੇ ਨੇ ਸਾਰੇ ਉਹਨਾਂ ਕੁ ਸਿਲੇਬਸ, ਉਹਨਾਂ ਕੁ ਲੈਵਲ, ਉਹਨਾਂ ਕੁ ਹਾਰਡ ਸਿਲੇਬਸ ਗ੍ਰੈਸਪ ਕਰ ਸਕਣ। ਜੇ ਕੋਈ ਬੱਚਾ ਉਹਦੇ 'ਚ ਬਹੁਤ ਹੀ ਜ਼ਿਆਦਾ ਪੂਅਰ ਪਰਫਾਰਮ ਕਰ ਰਿਹਾ ਹੈ ਤਾਂ ਉਹਦਾ ਮਤਲਬ ਹੈ ਕਿ ਉਹ ਬੱਚੇ ਦੀ ਗ੍ਰੈਸਪਿੰਗ ਪਾਵਰ 'ਚ ਕੋਈ ਕਮੀ ਹੈ, ਉਹਨੂੰ ਜ਼ਰੂਰਤ ਹੈ ਐਕਸਟਰਾ ਕੇਅਰ ਦੀ, ਐਕਸਟਰਾ ਧਿਆਨ ਦੇਣ ਦੀ। ਸੋ ਆਈਕਿਊ ਸਕੋਰ ਤੇ ਅਕੈਡਮਿਕ ਪਰਫਾਰਮੈਂਸ ਦੋਨਾਂ ਦਾ ਆਪਸ ਵਿੱਚ ਬਹੁਤ ਸਟਰੋਂਗ ਹਾਈ ਰਿਲੇਸ਼ਨ ਹੈ। ਗਿਫਟਿਡ ਸਟੂਡੈਂਟਸ ਕਿਹੜੇ ਹੁੰਦੇ ਨੇ? ਗਿਫਟਿਡ ਸਟੂਡੈਂਟਸ ਆਪਣੀ ਜਜਮੈਂਟਸ ਦੇ ਵਿੱਚ ਬਿਲਕੁਲ ਆਜ਼ਾਦ ਹੁੰਦੇ ਨੇ, ਇੰਡੀਪੈਂਡੈਂਟ ਹੁੰਦੇ ਨੇ, ਆਪਸ਼ਨ ਸੀ। what is the capacity to acquire and apply knowledge? ਸੋ ਇਹ ਡੈਫੀਨੇਸ਼ਨ ਹੀ ਹੈ, ਸੋ that is option A, intelligence। intelligence ਦੀ ਡੈਫੀਨੇਸ਼ਨ ਹੀ ਹੈ capacity to acquire and apply knowledge। next ਹੈ the cardinal principles of learner centered education। ਸੋ ਦੋ ਨੇ, ਕਰਕੇ ਤੇ ਉਸ ਚੀਜ਼ ਨੂੰ ਅਪਣਾ ਕੇ, ਲਰਨਿੰਗ ਬਾਈ ਡੂਇੰਗ, ਲਰਨਿੰਗ ਬਾਈ ਲਿਵਿੰਗ, ਆਪਸ਼ਨ ਸੀ। ਐਡੋਲੈਸੈਂਟ ਕੀ ਚੀਜ਼ ਜ਼ਿਆਦਾਤਰ ਐਕਸਪੀਰੀਅੰਸ ਕਰਦੇ ਨੇ? ਉਹ ਸੈਲਫ ਐਕਚੁਅਲਾਈਜੇਸ਼ਨ ਕਾਫੀ ਫੀਲ ਕਰਦੇ ਨੇ ਜਦੋਂ ਐਡੋਲੈਸੈਂਟ ਏਜ ਵਿੱਚ ਹੁੰਦੇ ਨੇ, ਆਪਸ਼ਨ ਬੀ। ਹੂ ਇਜ਼ ਰਿਗਾਰਡਡ ਐਜ਼ ਫਰਸਟ ਟੀਚਰ? ਸੋ ਅਗੇਨ ਰਿਪੀਟ ਹੋ ਰਿਹਾ ਹੈ, ਬੱਚੇ ਦੇ ਪਹਿਲਾ ਟੀਚਰ ਕਿਹਾ ਜਾਂਦਾ ਹੈ ਉਸਦੀ ਮਦਰ ਨੂੰ, ਆਪਸ਼ਨ ਏ। ਕ੍ਰੀਏਟਿਵ ਹੋਣ ਦੇ ਸਾਈਨ ਕਿਸ ਚੀਜ਼ ਤੋਂ ਦਿੰਦੇ ਨੇ? ਸੋ ਉਹ ਬੱਚੇ ਦੀ ਕ੍ਰੀਏਟੀਵਿਟੀ ਤੋਂ, ਜਦੋਂ ਕੁਝ ਅਲੱਗ-ਅਲੱਗ ਚੀਜ਼ਾਂ 'ਚ ਇੰਟਰਸਟ ਦਿਖਾਉਂਦਾ, ਆਈਡੀਆਜ਼ ਦਿੰਦਾ, ਕਰਕੇ ਦਿਖਾਉਂਦਾ, ਉਦੋਂ ਆਪਾਂ ਪਹਿਚਾਨ ਲੈਂਦੇ ਹਾਂ। ਨੈਕਸਟ ਹੈ ਫਾਈਨ ਮੋਟਰ ਸਕਿੱਲ ਦੀ ਐਗਜ਼ਾਮਪਲ ਕੀ ਹੈ? ਇਸ ਟਾਈਪ ਦੇ ਕੁਐਸਚਨ ਪੇਪਰ ਲਈ ਕਾਫੀ ਇੰਪੋਰਟੈਂਟ ਨੇ। ਫਾਈਨ ਮੋਟਰ ਸਕਿੱਲ ਆਪਾਂ ਨੂੰ ਬੱਚੇ ਦੀ ਰਾਈਟਿੰਗ ਤੋਂ ਪਤਾ ਲੱਗ ਜਾਂਦਾ ਹੈ, ਆਪਸ਼ਨ ਸੀ। ਥਿੰਕਿੰਗ ਦੇ ਲਈ ਰॉ ਮਟੀਰੀਅਲ ਕੀ ਹੈ? ਸੋਚਣ ਦੇ ਲਈ ਸਭ ਤੋਂ ਪਹਿਲਾਂ ਸਿੰਬਲ ਜ਼ਰੂਰੀ ਨੇ, ਆਪਸ਼ਨ ਏ। ਹੈਰੀਡਿਟੀ ਦਾ ਯੂਨਿਟ, ਹੈਰੀਡਿਟੀ ਦਾ ਯੂਨਿਟ ਹੈ ਜੀਨ, ਆਪਸ਼ਨ ਏ। ਪ੍ਰੀ ਪ੍ਰਾਇਮਰੀ ਸਕੂਲ ਐਜੂਕੇਸ਼ਨ ਹੈ ਜਿਹੜੀ ਬੱਚਿਆਂ ਦੀ, ਉਹਦੀ ਸਟੇਜ ਕਿੰਨੀ ਮੰਨੀ ਜਾਂਦੀ ਹੈ? ਦਿਸ ਇਜ਼ ਵੈਰੀ ਇੰਪੋਰਟੈਂਟ ਐਂਡ ਬੇਸਿਕ ਕੁਐਸਚਨ, ਪੇਪਰ 'ਚ ਆਉਣ ਦੇ ਹਾਈ ਚਾਂਸਿਸ ਨੇ। ਸੋ ਉਹ ਹੈ 3 ਤੋਂ 6 ਸਾਲ ਦੀ ਉਮਰ। ਇਹ ਜਿਹੜੀ ਏਜ ਹੈ ਇਹਦੇ 'ਚ ਬੱਚੇ ਨੂੰ ਆਂਗਨਵਾੜੀ ਸੈਟਅਪ 'ਚ ਭੇਜਿਆ ਜਾਂਦਾ ਹੈ। ਐਨ ਐਸਟੀਮੇਟਡ ਡੈਸ਼ ਚਿਲਡਰਨ ਰਿਸੀਵ ਐਜੂਕੇਸ਼ਨ ਫਰੋਮ ਪ੍ਰਾਈਵੇਟਲੀ ਓਨਡ ਪ੍ਰੋਗਰਾਮ। ਸੋ ਐਸਟੀਮੇਟ ਹੈ ਕਿ ਇੰਡੀਆ ਦੇ ਅੰਦਰ 10 ਮਿਲੀਅਨ ਬੱਚੇ ਨੇ ਜਿਹੜੇ ਪ੍ਰਾਈਵੇਟਲੀ ਓਨਡ ਪ੍ਰੋਗਰਾਮ ਤੋਂ ਪੜ੍ਹਾਈ ਹਾਸਿਲ ਕਰਦੇ ਨੇ। ECCE ਪ੍ਰੋਗਰਾਮ, अर्ली चाइल्डहुड ਜਿਹੜੀ ਪ੍ਰੋਗਰਾਮ ਹੈ, needs to be determined by children's development and dash needs। ਸੋ ਇਹਦੇ ਅੰਦਰ ਬੱਚੇ ਦੀਆਂ ਕੰਟੈਕਸਚੁਅਲ ਜ਼ਰੂਰਤਾਂ ਦਾ ਧਿਆਨ ਰੱਖਿਆ ਜਾਂਦਾ ਹੈ। ਇਸ ਪ੍ਰੋਗਰਾਮ ਦੀ ਯੂਜੂਅਲੀ ਇੱਕ ਦਿਨ ਦੀ ਡਿਊਰੇਸ਼ਨ ਕਿੰਨੀ ਹੁੰਦੀ ਹੈ? ਸੋ ਇਹਦੇ ਵਿੱਚ 3 ਤੋਂ 4 ਘੰਟੇ ਬੱਚੇ ਨੂੰ ਸੈਟਅਪ ਦੇ ਵਿੱਚ ਭੇਜਿਆ ਜਾਂਦਾ ਹੈ। ਐਡਲਟ ਚਾਈਲਡ ਰੇਸ਼ੋ ਕਿੰਨੀ ਹੁੰਦੀ ਹੈ? 3 ਤੋਂ 6 ਸਾਲ ਦੇ ਬੱਚਿਆਂ ਦੇ ਲਈ, ਐਂਡ ਡੈਸ਼ ਫॉर ਚਿਲਡਰਨ ਅੰਡਰ ਦੀ ਏਜ ਆਫ 3। ਸੋ ਐਡਲਟ ਚਾਈਲਡ, ਜਿਵੇਂ ਕਿੰਨੇ ਬੱਚਿਆਂ ਦੇ ਪਿੱਛੇ ਕਿੰਨਾ ਐਡਲਟ ਚਾਹੀਦਾ ਬੱਚਿਆਂ ਨੂੰ ਸੰਭਾਲਣ ਦੇ ਲਈ, ਜਿਵੇਂ ਆਪਾਂ ਆਂਗਨਵਾੜੀ ਵਗੈਰਾ ਵਿੱਚ ਵੀ ਦੇਖਦੇ ਹਾਂ, ਆਂਗਨਵਾੜੀ ਵਰਕਰ ਹੁੰਦੇ ਨੇ। ਸੋ ਜੇ ਤਾਂ 3 ਤੋਂ 6 ਸਾਲ ਦੇ ਬੱਚੇ ਨੇ ਤਾਂ ਉਹਨਾਂ ਦੇ ਲਈ 1:20, ਇੱਕ ਐਡਲਟ ਹੋਊਗਾ ਸੰਭਾਲਣ ਦੇ ਲਈ 20 ਬੱਚਿਆਂ ਪਿੱਛੇ। ਜੇ 3 ਸਾਲ ਤੋਂ ਛੋਟੀ ਉਮਰ ਦੇ ਬੱਚੇ ਨੇ ਤਾਂ ਉੱਥੇ ਇੱਕ ਚਾਹੀਦਾ 10 ਬੱਚਿਆਂ ਪਿੱਛੇ। ਸੋ 1:10। ਇਹ ਇੰਪੋਰਟੈਂਟ ਦੋਨੋਂ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਨੇ। ਮੰਨ ਲਓ ਇੱਕ ਆਂਗਨਵਾੜੀ ਵਰਕਰ 20 ਬੱਚਿਆਂ ਪਿੱਛੇ, ਜਿਹੜੇ ਬੱਚੇ 3 ਤੋਂ 6 ਸਾਲ ਦੀ ਉਮਰ ਦੇ ਨੇ, ਜਿਹੜੇ 3 ਤੋਂ ਛੋਟੇ ਨੇ ਤਾਂ ਇੱਕ ਆਂਗਨਵਾੜੀ ਵਰਕਰ 10 ਬੱਚਿਆਂ ਪਿੱਛੇ। A minimum of dash play space be provided for a group of 30 children। ਜਿੱਥੇ 30 ਬੱਚੇ ਨੇ, ਕਿਸੇ ਵੀ अर्ली ਚਾਈਲਡਹੁਡ ਵਾਲਾ ਕੋਈ ਸੈਟਅਪ ਹੈ, ਉੱਥੇ 15 ਬਾਈ 20-30 ਸਕੁਆਇਰ ਮੀਟਰ ਦੀ ਘੱਟੋ ਘੱਟ ਖੇਡਣ ਲਈ ਬੱਚਿਆਂ ਲਈ ਜਗ੍ਹਾ ਚਾਹੀਦੀ ਹੈ, ਜੇ 30 ਬੱਚਿਆਂ ਦਾ ਗਰੁੱਪ ਹੈ। ਚਾਈਲਡਸ ਡੈਸ਼ ਡਿਵੈਲਪਮੈਂਟ,
ਸੋ ਫਿਜ਼ੀਕਲ, ਸੋਸ਼ਲ, ਇਮੋਸ਼ਨਲ, ਕੋਗਨੀਟਿਵ ਓਵਰਆਲ ਜਿਹੜੀ ਡਿਵੈਲਪਮੈਂਟ ਹੈ ਉਹਦੇ ਲਈ ਆਪਾਂ ਵਰਡ ਯੂਜ਼ ਕਰਦੇ ਹਾਂ ਚਾਈਲਡਸ ਹੋਲਿਸਟਿਕ ਡਿਵੈਲਪਮੈਂਟ ਆਪਸ਼ਨ ਏ। Active area includes swing, seesaw, jungle gym, slide, rope ladder, etc. for development of in dash. So ਬੱਚਿਆਂ ਦੀ gross motor skill ਦੀ development ਲਈ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਨੇ। A minimum of this much meter of play space. So ਆਪਾਂ ਪਿੱਛੇ ਦੇਖ ਕੇ ਹਟਿਆ ਕਿੰਨੇ ਬੱਚਿਆਂ ਦੇ ਲਈ ਇੰਨੀ ਸਪੇਸ ਘੱਟੋ ਘੱਟ ਹੋਣੀ ਚਾਹੀਦੀ ਹੈ ਜੇ 30 ਬੱਚੇ ਇੱਕ ਜਗ੍ਹਾ ਤੇ ਖੇਲਣਾ ਚਾਹੁੰਦੇ ਨੇ। Pictures in comic and magazine, storybook, radio, TV enhance. ਇਹਨਾਂ ਦੇ ਨਾਲ ਬੱਚਿਆਂ ਦੀ ਸਪੀਚ ਡਿਵੈਲਪਮੈਂਟ ਵਧਦੀ ਹੈ। ਰੋਲਰ ਸਕੇਟ, ਟ੍ਰਾਈਸਾਈਕਲ, ਬਾਈਸਾਈਕਲ ਇਹ ਸਾਰੀਆਂ ਚੀਜ਼ਾਂ ਦੇ ਨਾਲ ਲਾਰਜ ਮਸਲ ਕੋਆਰਡੀਨੇਸ਼ਨ ਹੁੰਦੀ ਹੈ। ਇਸ ਟਾਈਪ ਦੇ ਕੁਐਸਚਨ ਪੇਪਰ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ। scissor, crayon, paint, clay, pencil, small block, pegboard, weaving, jack, ball ਇਹਨਾਂ ਸਾਰਿਆਂ ਦੇ ਨਾਲ small muscle coordination. Proper equipment and material are helpful in creating a dash situation. So ਇਹਦੇ ਨਾਲ satisfactory learning situation create ਹੁੰਦੀ ਹੈ। Pull toys and small climbers, small furniture ਜਿਵੇਂ crib, changing table, rocking chair that are not needed by young children option A. Dash learn through concrete experience rather than theoretic abstract explanation. ਜਿਹੜੇ ਸਕੂਲ ਜਾਣ ਤੋਂ ਪਹਿਲਾਂ ਵਾਲੇ ਬੱਚੇ ਹੁੰਦੇ ਨੇ ਪ੍ਰੀ ਸਕੂਲਰ ਹੁੰਦੇ ਨੇ ਉਹਨਾਂ ਨੂੰ ਤੁਹਾਨੂੰ ਬਹੁਤ ਜ਼ਿਆਦਾ ਕੋਈ ਫਿਲਾਸਫੀ ਆਪਣੀ ਦੇਣ ਦੀ ਲੋੜ ਨਹੀਂ ਬਹੁਤ ਜ਼ਿਆਦਾ ਕੋਈ ਥਿਊਰੀ ਸਮਝਾਉਣ ਦੀ ਲੋੜ ਨਹੀਂ ਬੱਚਿਆਂ ਨੂੰ ਛੋਟੇ ਛੋਟੇ ਇਨਸੀਡੈਂਟ ਐਕਸਪੀਰੀਅੰਸ ਸਟੋਰੀਜ਼ ਦੱਸੋ ਉਹਦੇ ਨਾਲ ਉਹ ਜ਼ਿਆਦਾ ਸਿੱਖਦੇ ਨੇ। Which of the among word consider as advantage? ਫਾਇਦਾ ਕੀ ਹੈ low cost playing material ਦਾ। Number 1 cheapness, ਖੋਣ ਦਾ ਕੋਈ ਡਰ ਨਹੀਂ proper use option D. Dash is a learning that is making and using low cost equipment. Encourage group work can be create fun. Catch pupil can make his or her own equipment. So ਇਹ ਤਰੀਕਾ ਹੈ active method learning. Dash aids can be used in nursery, primary, middle, senior, secondary school. So ਉਹ ਹੈ low cost teaching option A. Other component for the holistic ECCE program. ਸੋ ਇਹਦੇ ਵਿੱਚ ਆਂਗਨਵਾੜੀ ਸੈਟਅਪ ਤੋਂ ਇਲਾਵਾ ਨਿਊਟ੍ਰੀਸ਼ਨ ਦਾ ਧਿਆਨ ਰੱਖਿਆ ਜਾਂਦਾ ਹੈ ਹੈਲਥ ਹਾਈਜੀਨ ਦਾ ਬੱਚਿਆਂ ਦੀ ਪ੍ਰੋਟੈਕਸ਼ਨ ਦਾ ਸੋ ਆਪਸ਼ਨ ਡੀ। ਆਬਜੈਕਟਿਵ ਕੀ ਹੈ अर्ਲੀ ਚਾਈਲਡਹੁੱਡ ਐਜੂਕੇਸ਼ਨ ਦਾ ਪੈਡਾਗੋਜੀਕਲ ਬੇਸਿਸ ਆਪਸ਼ਨ ਬੀ। ਅਟੈਂਸ਼ਨ ਸਪੈਨ ਆਫ ਯੰਗ ਚਿਲਡਰਨ ਕਿੰਨੀ ਮਿੰਟ ਹੁੰਦੀ ਹੈ ਯੰਗ ਚਿਲਡਰਨ 15 ਤੋਂ 20 ਮਿੰਟ ਦੀ ਅਟੈਂਸ਼ਨ ਦੇ ਸਕਦੇ ਨੇ। Dash is a continuous all comprehensive process which goes through change and modification, addition and alteration. So ਉਹ ਹੈ ਇੱਕ ਪੂਰਾ ਦਾ ਪੂਰਾ curriculum ਜਿਹੜਾ ਬੱਚਿਆਂ ਦੇ ਅਕੋਰਡਿੰਗ ਚੇਂਜ ਕਰਦੇ ਰਹਿਣਾ ਚਾਹੀਦਾ ਹੈ ਇੱਕ ਪੂਰਾ comprehensive process ਹੁੰਦਾ ਹੈ। ਅਗਲਾ ਕੁਐਸਚਨ ਹੈ Dash is the duty of teacher to plan the activity based on weekly project theme. ਜੋ ਵੀਕ ਦੇ ਐਂਡ ਤੇ ਕੋਈ ਪ੍ਰੋਜੈਕਟ ਦੇ ਰਿਹਾ ਟੀਚਰ ਤਾਂ ਉਹਦੇ ਅਨੁਸਾਰ ਡੇਲੀ ਪਲੈਨਿੰਗ ਟੀਚਰ ਨੂੰ ਕਰਨੀ ਚਾਹੀਦੀ ਹੈ ਆਪਸ਼ਨ ਏ। This planning is with regard to learning experience of children, equipment, teacher, learning material, play material, budget for basic infrastructure. So ਇਹ ਸਾਰੀ planning ਆਉਂਦੀ ਹੈ long term ਲੰਬੇ ਸਮੇਂ ਦੀ planning ਵਿੱਚ। Dash curriculum is broad and comprehensive structure to response to 3 development phase ਹੁੰਦੇ ਨੇ ਜਿਹੜੇ ਉਹਨਾਂ ਦੇ ਅਨੁਸਾਰ ਕਿਹੜਾ curriculum ਤਿਆਰ ਕੀਤਾ ਜਾਂਦਾ ਹੈ ਉਹਦਾ ਨਾਮ ਕੀ ਹੈ। ਸੋ ਜਿਹੜੇ curriculum ਦੇ ਵਿੱਚ ਬਰਥ ਤੋਂ 6 ਤੋਂ 7 ਸਾਲ ਤੱਕ ਦੀ ਚੀਜ਼ਾਂ ਹੁੰਦੀਆਂ ਨੇ 7 ਤੋਂ 14 14 ਤੋਂ 18 ਸੋ ਜਿਹੜਾ ਪੂਰਾ ਦਾ ਪੂਰਾ 3 ਮੇਨ ਡਿਵੈਲਪਮੈਂਟ ਪ੍ਰੋਸੈਸ ਨੂੰ ਧਿਆਨ ਚ ਰੱਖਦੇ ਹੋਏ ਇੱਕ ਕਰਿਕੂਲਮ ਪਲਾਨ ਤਿਆਰ ਕੀਤਾ ਜਾਂਦਾ ਹੈ ਇਹਦਾ ਨਾਮ ਹੈ ਵਾਲਡੋਰਫ ਕਰਿਕੂਲਮ ਆਪਸ਼ਨ ਡੀ। A project is an extensive study undertaken by an individual, child or group of children ਜਿਹੜੇ incorporate ਕਰਵਾਉਂਦੇ ਆ writing, measurement, drawing, painting, model making. ਸੋ ਇਹ ਸਾਰੀ ਚੀਜ਼ਾਂ ਨੂੰ ਆਪਾਂ ਕਹਿੰਦੇ ਆ ਪ੍ਰੋਜੈਕਟ ਅਪਰੋਚ ਆਪਸ਼ਨ ਬੀ। ਸੋ ਇਹ ਅਲੱਗ-ਅਲੱਗ ਸਾਰੇ ਟੀਚਿੰਗ ਲਰਨਿੰਗ ਦੇ ਮੈਥਡ ਕਿਹੜਾ ਡਿਵੈਲਪਮੈਂਟ ਮੈਥਡ ਹੈ ਉਹਦਾ ਨਾਮ ਕੀ ਹੈ ਜਿਹਨੂੰ ਜੌਨ ਡਿਊਈ ਨੇ ਗਰਾਊਂਡ ਕੀਤਾ ਸੀ ਉਹਨਾਂ ਦੀ ਫਿਲਾਸਫੀ ਹੈ ਐਂਡ ਅਦਰ अर्ਲੀ ਐਜੂਕੇਸ਼ਨਲ ਪ੍ਰੋਗਰੈਸਿਵ ਵਰਕਰ ਜਿਹੜੇ ਫਰੂਇਡ ਸਾਈਮਨ ਫਰੂਇਡ ਦੇ ਥਿਓਰੈਟੀਕਲ ਕਲੇਮਸ ਤੋਂ ਪ੍ਰਭਾਵਿਤ ਹੋਏ ਸੀ of profound formative influence. So Simon Freud ਦੀ ਥਿਊਰੀ ਤੋਂ ਪ੍ਰਭਾਵਿਤ ਹੋ ਕੇ ਜੌਨ ਡਿਊਈ ਦੇ ਨਾਲ ਮਿਲ ਕੇ ਹੋਰ ਐਜੂਕੇਸ਼ਨਲ ਪ੍ਰੋਗਰੈਸਿਵ ਵਰਕਰ ਨੇ ਜਿਹੜੀ ਅਪਰੋਚ ਕੱਢੀ ਸੀ ਉਹਦਾ ਨਾਮ ਹੈ ਆਪਸ਼ਨ ਏ ਦ ਬੈਂਕ ਸਟਰੀਟ ਅਪਰੋਚ ਜਾਂ ਇਹਨੂੰ ਡਿਵੈਲਪਮੈਂਟ ਇੰਟਰੈਕਸ਼ਨਲਿਸਟ ਮਾਡਲ ਵੀ ਕਿਹਾ ਜਾਂਦਾ ਹੈ ਆਪਸ਼ਨ ਏ।
The dash perspective assumes that learning results from dynamic interaction between emerging cognitive affective systems. So A है interactional. Dash perspective assume that there is an internal driving force ਜਿਹੜੀ cognitive ਤੇ affective system ਤਿਆਰ ਕਰਦੀ ਹੈ, ਜਿਹਦੇ ਨਾਲ ਬੱਚੇ ਦੀ readiness ਦਾ ਪਤਾ ਲੱਗਦਾ ਹੈ ਕਿ ਉਹ development task ਕਰਨ ਦੇ ਲਈ ਕਿੰਨਾ ਤਿਆਰ ਹੈ। ਸੋ ਉਹਨੂੰ ਆਪਾਂ ਕਹਿੰਦੇ ਕਿ maturity ਕਿੰਨੀ ਹੈ ਬੱਚੇ ਦੀ। ਆਪਸ਼ਨ B maturational। ਇੱਕ ਹੋਰ ਮੈਂ ਤੁਹਾਨੂੰ ਚੀਜ਼ ਕਹੂੰਗੀ ਕਿ ਜਦੋਂ ਤੁਸੀਂ MCQ ਕਰਨੇ ਨੇ ਪਹਿਲਾਂ ਟਰਾਈ ਕਰਨਾ ਕਿ ਜੇ ਤੁਹਾਨੂੰ ਆਪਣੀ ਖੁਦ ਦੀ ਸਮਝ ਦੇ ਨਾਲ ਉਹਦਾ ਆਨਸਰ ਆ ਰਿਹਾ ਹੈ, ਫਿਰ ਉਹਨੂੰ ਤੁਸੀਂ ਸੋਚੋ ਕਿ ਅਸੀਂ ਕੀ ਪੜਿਆ ਸੀ, ਉਹਦੇ ਨਾਲ ਰਿਲੇਟ ਕਰੋ। ਕਿਉਂਕਿ ਇਹਦੇ ਨਾਲ ਕੀ ਹੈ, ਜਿਹੜੇ ਇਹ ਪੂਰਾ ਦਾ ਪੂਰਾ ਕਨਸੈਪਟ ਹੈ ਚਾਈਲਡ ਕੇਅਰ ਦਾ ਟੌਪਿਕ ਹੈ, ਇਹਦੇ ਵਿੱਚ ਬਹੁਤ ਥੋੜੇ ਜਿਹੇ ਅਜੇ ਟੌਪਿਕ ਨੇ ਜਿਹੜੇ ਤੁਹਾਨੂੰ ਯਾਦ ਕਰਨੇ ਪੈਣਗੇ। ਮੇਜਰਲੀ 80 to 85% ਜਿਹੜਾ ਸਿਲੇਬਸ ਹੈ ਉਹ ਆਪਣੀ ਜਿਹੜੇ ਆਪਾਂ ਰੋਜ਼ ਡੇਲੀ ਲਾਈਫ ਦੇ ਵਿੱਚ ਚੀਜ਼ਾਂ ਨੂੰ ਦੇਖਦੇ ਹਾਂ, ਫੇਸ ਕਰਦੇ ਹਾਂ, ਆਲੇ ਦੁਆਲੇ ਆਪਾਂ ਦੇਖਦੇ ਹਾਂ, ਸਕੂਲਾਂ ਦੇ ਸੈਟਅਪ ਦੇ ਵਿੱਚ, ਘਰਾਂ ਵਿੱਚ ਉਹੀ ਸਾਰੀਆਂ ਚੀਜ਼ਾਂ ਨੂੰ ਹੀ ਥਿਊਰੀ ਫਾਰਮ ਦੇ ਵਿੱਚ ਕੁਐਸਚਨ ਦੀ ਸ਼ੇਪ ਦਿੱਤੀ ਹੋਈ ਹੈ। ਸੋ ਤੁਸੀਂ ਉੱਥੇ ਬਿਲਕੁਲ ਵੀ ਘਬਰਾਉਣਾ ਨਹੀਂ ਹੈ। ਜੇ ਤੁਹਾਨੂੰ ਬਾਈ ਚਾਂਸ ਲੱਗ ਰਿਹਾ ਕਿ 50-50 ਹੋ ਰਿਹਾ ਕਿਸੇ ਆਪਸ਼ਨ ਵਿੱਚ, ਤਾਂ ਉੱਥੇ ਤੁਸੀਂ ਫਿਰ ਆਪਣੀ ਸੋਚ ਦੇ ਅਕੋਰਡਿੰਗ ਵੀ ਆਪਸ਼ਨ ਟਿਕ ਕਰ ਸਕਦੇ ਹੋ। ਅਗਲਾ ਕੁਐਸਚਨ ਹੈ the dash factor assume that child's learning is dependent on extrinsic motivator, smile, gold star, ਜਿਨ੍ਹਾਂ ਦਾ theoretical base ਹੈ ਥੌਰਨਡਾਈਕ, ਵਾਟਸਨ ਤੇ ਸਕਾਈਨਰ। ਸੋ ਇਹ ਫੈਕਟਰ ਇਹਨਾਂ ਤਿੰਨਾਂ ਨੇ ਦਿੱਤਾ ਸੀ, ਜਿਹੜਾ ਉਹਦਾ ਨਾਮ ਹੈ environmental, ਆਪਸ਼ਨ ਏ। ਇਹ ਸਾਰੇ ਜਿਹੜੇ ਅਲੱਗ-ਅਲੱਗ ਫੈਕਟਰਸ ਨੇ ਬੱਚੇ ਦੀ ਲਰਨਿੰਗ ਨੂੰ ਪ੍ਰਭਾਵ ਕਰਦੇ ਨੇ। ਅਗਲਾ ਹੈ each day's planning should be detailed। ਜਿਹੜੀ ਹਰ ਦਿਨ ਦੀ ਪਲੈਨਿੰਗ ਹੁੰਦੀ ਹੈ ਉਹਨੂੰ ਆਪਾਂ ਕਹਿੰਦੇ ਆ ਇਨ ਸ਼ਾਰਟ ਟਰਮ ਪਲੈਨਿੰਗ। ਕਿਹੜੀ ਪਲੈਨਿੰਗ ਹੈ ਜਿਹਦੇ ਅੰਦਰ ਆਬਜੈਕਟਿਵ ਸਿਲੈਕਟ ਕੀਤਾ ਜਾਂਦਾ ਹੈ, ਅਰੇਂਜ ਕੀਤਾ ਜਾਂਦਾ ਹੈ ਸਬਜੈਕਟ ਮੈਟਰ ਨੂੰ, ਤੇ ਪ੍ਰੋਸੀਜਰ ਕੀ ਰਹੂਗਾ ਉਸ ਚੀਜ਼ ਦੀ ਪਹਿਲਾਂ ਡਿਟਰਮੀਨੇਸ਼ਨ ਹੁੰਦੀ ਹੈ, ਦੇਖਿਆ ਜਾਂਦਾ, ਸਮਝਿਆ ਜਾਂਦਾ, ਮੈਥਡ ਕੀ ਰਹੂਗਾ ਪੂਰੇ ਪ੍ਰੋਸੀਜਰ ਦਾ। ਸੋ ਇਹ ਜਿਹੜਾ ਆਪਾਂ ਤਰੀਕਾ ਅਪਣਾਉਨੇ ਆ ਜਿਹਦੇ ਵਿੱਚ ਆਪਾਂ ਇੱਕ ਪੂਰਾ ਦਾ ਪੂਰਾ ਪਲਾਨ ਤਿਆਰ ਕਰਦੇ ਹਾਂ, ਸਟਰਕਚਰ ਤਿਆਰ ਕਰਦੇ ਹਾਂ, ਉਹ ਹੁੰਦਾ ਹੈ ਡੇਲੀ ਲੈਸਨ ਦਾ ਪਲਾਨ। ਇੱਕ ਟੀਚਰ ਤਿਆਰ ਕਰਦੀ ਹੈ ਕਿ ਉਹਨੇ ਆਪਣੇ ਜੋ ਸਟੂਡੈਂਟਸ ਨੇ, ਬੱਚੇ ਨੇ, ਉਹਨਾਂ ਨੂੰ ਕਿਵੇਂ ਪੜਾਉਣਾ, ਕਿਸ ਮੈਥਡ ਦੇ ਨਾਲ ਪੜਾਉਣਾ। ਸੋ ਇਹ ਹੈ ਡੇਲੀ ਲੈਸਨ ਪਲਾਨ। Dash statement of achievement to be realized and specific meaning by which these are to be attained as a result of activity engaged during the period. So A चीज है lesson plan. Dash is the process of determining the degree to which children's needs are met and desired objective. So A चीज evaluation process है, option A. Dash is natural outgrowth of supervision, which is one of the basic duties of director. So staff the evaluation है, option A. Program goals of center program itself are designed to meet the particular needs that center was established to meet. Consequently, ਜਦੋਂ evaluation ਦਾ time ਹੁੰਦਾ ਤਾਂ ਉਸ ਸਮੇਂ needs ਦੇਖੇ ਜਾਂਦੀਆਂ ਨੇ, ਜ਼ਰੂਰਤਾਂ, ਗੋਲ ਦੇਖੇ ਜਾਂਦੇ ਨੇ ਕਿ ਜੋ ਪ੍ਰੋਗਰਾਮ ਅਸੀਂ ਤੈਅ ਕੀਤਾ ਸੀ ਕੀ ਉਹਦੇ ਗੋਲ ਪੂਰੇ ਹੋਏ ਨੇ, ਪੂਰਾ ਦਾ ਪੂਰਾ ਪ੍ਰੋਗਰਾਮ ਕਿਵੇਂ ਦਾ ਰਿਹਾ, ਕਿੰਨਾ ਇਫੈਕਟਿਵ ਰਿਹਾ, ਸਾਰੀਆਂ ਚੀਜ਼ਾਂ ਨੂੰ ਇਵੈਲੂਏਟ ਕੀਤਾ ਜਾਂਦਾ ਹੈ। ਸੋ ਪੂਰੀ ਦੀ ਪੂਰੀ ਓਵਰਆਲ ਇਵੈਲੂਏਸ਼ਨ ਨੂੰ ਆਪਾਂ ਕਹਿੰਦੇ ਆ ਟੋਟਲ ਪ੍ਰੋਗਰਾਮ ਇਵੈਲੂਏਸ਼ਨ, TPE, ਆਪਸ਼ਨ ਸੀ। ਚਾਈਲਡ ਵੈਲਫੇਅਰ ਬੋਰਡ, ਜਦੋਂ ਆਪਾਂ ਚਾਈਲਡ ਕੇਅਰ ਤੇ ਪ੍ਰੋਟੈਕਸ਼ਨ ਦੀ ਗੱਲ ਕਰਦੇ ਆ ਤਾਂ ਉੱਥੇ ਜੁਵੀਨਾਈਲ ਜਸਟਿਸ ਸਾਹਮਣੇ ਆਉਂਦਾ, ਇਸ ਟਾਈਪ ਦੇ ਬੋਰਡ ਦੇ ਨਾਮ ਸਾਹਮਣੇ ਆਉਂਦੇ ਨੇ, ਇੰਪੋਰਟੈਂਟ ਕਨਵੈਨਸ਼ਨਸ ਦੇ ਨਾਮ ਸਾਹਮਣੇ ਆਉਂਦੇ ਨੇ। ਚਾਈਲਡ ਵੈਲਫੇਅਰ ਬੋਰਡ ਚਿਲਡਰਨਸ ਐਕਟ 1960 ਦੇ ਵਿੱਚ ਤਿਆਰ ਕੀਤਾ ਗਿਆ ਸੀ। ਐਮਨੀਓਸੈਂਟੇਸਿਸ ਟੈਸਟ ਕਿਸ ਚੀਜ਼ ਨਾਲ ਰਿਲੇਟਡ ਹੈ? when we talk of pregnancy, prenatal, antenatal care, ਤਾਂ ਇਸ ਟਾਈਪ ਦੇ ਕੁਐਸਚਨ ਤੁਹਾਨੂੰ ਜ਼ਰੂਰ ਆ ਸਕਦੇ ਨੇ। ਐਮਨੀਓਸੈਂਟੇਸਿਸ ਟੈਸਟ ਹੈ ਫੀਟਸ ਦਾ ਹੈਲਥ ਤੇ ਸੈਕਸ ਡਿਟਰਮਿਨ ਕਰਨ ਦੇ ਲਈ ਟੈਸਟ, ਆਪਸ਼ਨ ਏ। ਨੈਕਸਟ ਹੈ ਕਨਵੈਨਸ਼ਨ ਔਨ ਦ ਐਲੀਮੀਨੇਸ਼ਨ ਆਫ ਆਲ ਫਾਰਮਸ ਆਫ ਡਿਸਕ੍ਰਿਮੀਨੇਸ਼ਨ। ਕਿਸੇ ਵੀ ਔਰਤ ਦੇ ਨਾਲ ਕੋਈ ਪੱਖਪਾਤ ਨਾ ਹੋਵੇ, ਇਸ ਕਨਵੈਨਸ਼ਨ ਨੂੰ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਨੇ ਕਿੰਨੀ ਤਰੀਕ ਨੂੰ ਅਪਣਾਇਆ ਸੀ? ਇਹ ਵਿਮਨ ਵਾਲੀ ਕਨਵੈਨਸ਼ਨ ਉਰੇ ਮੈਂ ਤਾਂ ਕਰਵਾ ਰਹੀ ਹਾਂ ਕਿਉਂਕਿ ਟੌਪਿਕ ਹੈ ਇੱਕ ਪ੍ਰੈਗਨੈਂਸੀ। ਹੁਣ ਉੱਥੇ ਆਪਾਂ ਵਿਮਨ ਦੀ ਕੇਅਰ ਦੀ ਗੱਲ ਕਰਦੇ ਹਾਂ ਤਾਂ ਇੰਟਰਨੈਸ਼ਨਲ ਪੁਆਇੰਟ ਆਫ ਵਿਊ ਤੋਂ ਇੰਟਰਨੈਸ਼ਨਲ ਕਨਵੈਨਸ਼ਨ ਕੀ ਕਹਿੰਦੀ ਹੈ? ਉਹ ਕਹਿੰਦੀ ਹੈ ਵੀ ਕਦੇ ਵੀ ਡਿਸਕ੍ਰਿਮੀਨੇਸ਼ਨ ਨਹੀਂ ਹੋਣਾ ਚਾਹੀਦਾ, ਕੋਈ ਪਹਿਲਾਂ ਤੋਂ ਫੀਟਸ ਦਾ ਸੈਕਸ ਨਹੀਂ ਤੁਸੀਂ ਡਿਟਰਮਿਨ ਕਰਵਾ ਸਕਦੇ, ਫੀਮੇਲ ਇਨਫੈਂਟੀਸਾਈਡ ਨਹੀਂ ਹੋਣੀ ਚਾਹੀਦੀ, ਭਰੂਣ ਹੱਤਿਆ ਨਹੀਂ ਹੋਣੀ ਚਾਹੀਦੀ, ਕਿਸੇ ਵੀ ਤਰ੍ਹਾਂ ਦਾ ਭੇਦਭਾਵ ਡਿਸਕ੍ਰਿਮੀਨੇਸ਼ਨ ਔਰਤ ਦੇ ਨਾਲ ਬਰਦਾਸ਼ਤ ਨਹੀਂ ਕੀਤਾ ਜਾਊਗਾ। ਸੋ ਜਿਹੜੀ CEDAW, ਇਹਨੂੰ ਸ਼ਾਰਟ ਫਾਰਮ ਦੇ ਵਿੱਚ CEDAW ਕਿਹਾ ਜਾਂਦਾ ਹੈ, ਇਸ ਕਨਵੈਨਸ਼ਨ ਨੂੰ ਜਿਹੜੀ UN ਜਨਰਲ ਅਸੈਂਬਲੀ ਨੇ ਅਡਾਪਟ ਕੀਤੀ ਸੀ।
ਇਹਦੀ ਡੇਟ ਪੇਪਰ 'ਚ ਬਹੁਤ ਵਾਰੀ ਪੁੱਛੀ ਜਾਂਦੀ ਹੈ, ਸੋ ਇਹ ਹੈ 18 ਦਸੰਬਰ 1979। ਕੁਇਕ ਵਿਦ ਚਾਈਲਡ ਦਾ ਕੀ ਮਤਲਬ ਹੈ? ਕੁਇਕ ਵਿਦ ਚਾਈਲਡ ਉਹ ਸਟੇਜ ਹੈ ਪ੍ਰੈਗਨੈਂਸੀ ਦੀ ਜਿੱਥੇ ਫੀਟਸ ਦੀ ਮੂਵਮੈਂਟ ਫੀਲ ਕੀਤੀ ਜਾ ਸਕਦੀ ਹੈ। ਅੰਦਰ ਜਿਵੇਂ ਆਪਾਂ ਹੱਥ ਲਾ ਕੇ ਪੇਟ ਤੇ ਇੱਕ ਗਰਭਵਤੀ ਮਹਿਲਾ ਦੇ ਫੀਲ ਕਰ ਲੈਂਦੇ ਆ, ਕੋਈ ਅੰਦਰ ਮੂਵਮੈਂਟ ਹੋ ਰਹੀ ਹੁੰਦੀ ਹੈ। ਸੋ ਕੁਇਕ ਵਿਦ ਚਾਈਲਡ ਉਹ ਸਟੇਜ ਹੈ ਜਿੱਥੇ ਫੀਟਸ ਦੀ ਮੋਸ਼ਨ ਨੂੰ ਫੀਲ ਕੀਤਾ ਜਾ ਸਕਦਾ ਹੈ। Offence committed by child below 15 years ਇਹਨੂੰ ਜੁਵੀਨਾਈਲ ਜਸਟਿਸ ਬੋਰਡ ਹੀ ਸਿਰਫ ਟਰਾਈ। As per Juvenile Justice Act, child in need of care and protection mean, so ਇਹ ਤਿੰਨੋਂ ਹੀ child care of need and protection ਦੇ meaning ਦੇ ਅੰਡਰ ਆਉਂਦੇ ਨੇ। ਆਪਸ਼ਨ ਡੀ ਰਾਈਟ ਆਨਸਰ ਹੈ। A child who is found without any home, ਜਿਹਦੇ ਕੋਈ ਰਹਿਣ ਦੀ ਜਗ੍ਹਾ ਨਹੀਂ ਹੈ ਜਾਂ ਜਿਹਨੇ ਕੋਈ ਲੇਬਰ ਲਾਅ ਦੇ ਅਗੇਂਸਟ ਕੁਝ ਕੀਤਾ ਹੈ ਤੇ ਉਹਨੂੰ ਮਿਲਿਆ ਕੋਈ, ਜਿਵੇਂ ਕਿਸੇ ਢਾਬੇ 'ਚ ਕੰਮ ਕਰਦਾ 14 ਸਾਲ ਤੋਂ ਛੋਟਾ ਬੱਚਾ ਮਿਲ ਗਿਆ ਜਾਂ ਕਿਸੇ ਹੋਰ ਫੈਕਟਰੀ 'ਚ ਕੰਮ ਕਰਦਾ ਮਿਲ ਗਿਆ ਕਿਸੇ ਅਥਾਰਟੀਜ਼ ਨੂੰ, ਤਾਂ ਉਹਨਾਂ ਨੂੰ ਫਿਰ ਜੁਵੀਨਾਈਲ ਜਸਟਿਸ ਬੋਰਡ ਦੇ ਕੋਲ ਭੇਜ ਦਿੱਤਾ ਜਾਂਦਾ ਹੈ। ਜਾਂ ਜਿਹੜਾ ਬੱਚਾ ਨਿਗਲੈਕਟਡ ਹੈ, ਉਹਨੂੰ ਘਰੋਂ ਕੱਢਤਾ, ਉਹਦੇ ਪੇਰੈਂਟਸ ਨਹੀਂ ਹੈ। ਨੈਕਸਟ ਹੈ ਹੂ ਕੈਨ ਅਡਾਪਟ ਅੰਡਰ ਜੁਵੀਨਾਈਲ ਜਸਟਿਸ ਐਕਟ। ਜੁਵੀਨਾਈਲ ਜਸਟਿਸ ਐਕਟ ਦੇ ਅੰਦਰ NRI ਅਡਾਪਟ ਕਰ ਸਕਦੇ ਨੇ ਬੱਚਿਆਂ ਨੂੰ, ਓਵਰਸੀਜ਼ ਸਿਟੀਜ਼ਨ ਜਾਂ ਕੋਈ ਇੰਡੀਅਨ origin ਦਾ ਪਰਸਨ। ਆਪਸ਼ਨ ਡੀ ਆਲ ਦੀ ਅਬਵ। When any person who is apparently a child in an alleged to have committed bailable non-bailable offence, ਜਦੋਂ ਕੋਈ ਬੱਚਾ ਹੈ ਤੇ ਉਹਨੇ ਕੋਈ ਅਪਰਾਧ ਕੀਤਾ ਹੈ ਤੇ ਉਹਨੂੰ ਪੁਲਿਸ ਨੇ ਡਿਟੇਨ ਕਰ ਲਿਆ ਤੇ ਫਿਰ ਜੁਵੀਨਾਈਲ ਜਸਟਿਸ ਬੋਰਡ ਦੇ ਕੋਲ ਭੇਜਤਾ, ਤਾਂ ਉੱਥੇ ਸੈਕਸ਼ਨ 12 ਦੇ ਅੰਦਰ ਜਿਹੜੇ ਜੁਵੀਨਾਈਲ ਜਸਟਿਸ ਬੋਰਡ ਹੈ ਉਹ ਕੀ ਐਕਸ਼ਨ ਲੈ ਸਕਦਾ ਹੈ। ਸੋ ਸੈਕਸ਼ਨ 12 ਦੇ ਅੰਦਰ ਜੇ ਕੋਈ ਚਾਈਲਡ ਇਨ ਕਨਫਲਿਕਟ ਵਿਦ ਲਾਅ ਹੈ, ਕਿਸੇ ਨੇ ਕੋਈ ਅਪਰਾਧ ਕੀਤਾ ਲਾਅ ਦੇ ਅਗੇਂਸਟ, ਕਿਸੇ ਬੱਚੇ ਨੇ ਕੁਝ ਕੀਤਾ, ਤਾਂ ਉੱਥੇ ਤਿੰਨ ਚੀਜ਼ਾਂ ਕਰ ਸਕਦੇ ਆ ਜੁਵੀਨਾਈਲ ਜਸਟਿਸ ਬੋਰਡ। ਉਹਨੂੰ ਬਿਨਾਂ ਕਿਸੇ ਸ਼ੋਰਿਟੀ ਤੋਂ ਬੇਲ ਦੇ ਸਕਦੇ ਨੇ, ਜਾਂ ਉਹਨੂੰ ਪ੍ਰੋਬੇਸ਼ਨ ਆਫੀਸਰ ਦੀ ਸੁਪਰਵਿਜ਼ਨ ਦੇ ਅੰਦਰ ਭੇਜ ਸਕਦੇ ਨੇ, ਜਾਂ ਕਿਸੇ ਕੇਅਰ ਹਾਊਸ ਦੇ ਵਿੱਚ, ਕਰੈਕਸ਼ਨਲ ਹਾਊਸ ਵਿੱਚ ਭੇਜ ਸਕਦੇ ਨੇ, ਕੇਅਰ ਦੇ ਵਿੱਚ ਭੇਜ ਸਕਦੇ ਨੇ ਕਿਸੇ ਫਿਟ ਪਰਸਨ ਦੀ। ਸੋ ਆਪਸ਼ਨ ਡੀ ਇਹਨਾਂ ਚੋਂ ਕੁਝ ਵੀ ਡਿਸੀਜਨ ਲੈ ਸਕਦਾ ਹੈ ਸੈਕਸ਼ਨ 12 ਦੇ ਅੰਦਰ ਜੁਵੀਨਾਈਲ ਜਸਟਿਸ। ਐਜੂਕੇਸ਼ਨ ਆਫ ਚਿਲਡਰਨ ਵਿਦ ਸਪੈਸ਼ਲ ਨੀਡਸ, ਨਾਰਮਲ ਬੱਚਿਆਂ ਦੇ ਨਾਲ ਹੀ ਸਪੈਸ਼ਲ ਨੀਡਸ ਵਾਲੇ ਬੱਚਿਆਂ ਨੂੰ ਪੜਾਉਣਾ ਚਾਹੀਦਾ ਹੈ ਸੋ ਦੈਟ ਉਹ ਆਪਣੇ ਆਪ ਨੂੰ ਡਿਜ਼ਰਟਡ ਨਾ ਫੀਲ ਕਰਨ। A student of weak grade with visual deficiency should be, ਇਹਨੂੰ ਕਲਾਸ ਵਿੱਚ ਨਾਰਮਲ ਟ੍ਰੀਟ ਕਰਨਾ ਚਾਹੀਦਾ ਹੈ, ਆਡੀਓ ਸੀਡੀਜ਼ ਦੀ ਸਪੋਰਟ ਦੇ ਨਾਲ ਪੜਾਉਣਾ ਚਾਹੀਦਾ ਹੈ। A provision for education for the children and disability can be gone through, ਸੋ ਜਿਹੜੀ ਇੱਕ ਸੈਟਅਪ, ਇੱਕ ਸਿਸਟਮ ਡਿਸਏਬਿਲਿਟੀਜ਼ ਵਾਲੇ ਬੱਚਿਆਂ ਦੇ ਲਈ ਤਿਆਰ ਕੀਤਾ ਗਿਆ, ਉਸ ਐਜੂਕੇਸ਼ਨ ਨੂੰ ਕਹਿੰਦੇ ਆਪਾਂ ਇਨਕਲੂਸਿਵ ਐਜੂਕੇਸ਼ਨ। ਹੁਣ ਜਿੰਨੇ ਵੀ ਅੱਗੇ ਮੈਂ ਸਪੈਸ਼ਲ ਨੀਡਸ ਵਾਲੇ ਕੁਐਸਚਨ ਕਰਵਾਉਂਗੀ ਇਹਨਾਂ ਉੱਤੇ ਤੁਸੀਂ ਅਲੱਗ ਤੋਂ ਧਿਆਨ ਦੇਣਾ ਹੈ ਕਿਉਂਕਿ ਸਾਰੇ ਹੀ ਕਾਫੀ ਇੰਪੋਰਟੈਂਟ ਨੇ ਐਗਜ਼ਾਮ। Why should student play games in school? ਇਹਦੇ ਨਾਲ ਫਿਜ਼ੀਕਲ ਬੈਲੈਂਸ ਤੇ ਕੋਆਪਰੇਸ਼ਨ ਡਿਵੈਲਪ ਹੁੰਦੀ ਹੈ। ਆਪਸ਼ਨ ਡੀ। You have been told to accommodate to mentally retarded children in your class, ਤੁਹਾਨੂੰ ਕਿਹਾ ਗਿਆ ਕਿ ਤੁਸੀਂ ਆਪਣੀ ਕਲਾਸ ਦੇ ਵਿੱਚ 2 ਮੈਂਟਲੀ ਰਿਟਾਰਡਡ ਬੱਚਿਆਂ ਨੂੰ ਅਕੋਮੋਡੇਟ ਕਰਨਾ ਹੈ, ਤੁਸੀਂ ਕੀ ਕਰੋਗੇ? ਸੋ ਤੁਸੀਂ ਟਰਾਈ ਕਰੋਗੇ, ਸਿੱਖੋਗੇ ਇਹੋ ਜਿਹੀਆਂ ਟੈਕਨੀਕਾਂ ਜਿਨ੍ਹਾਂ ਦੇ ਨਾਲ ਮੈਂਟਲੀ ਰਿਟਾਰਡਡ ਬੱਚਿਆਂ ਨੂੰ ਪੜਾਇਆ ਜਾ ਸਕੇ। ਆਪਸ਼ਨ ਸੀ ਲਰਨ ਟੈਕਨੀਕ ਟੂ ਟੀਚ ਸਚ ਸਟੂਡੈਂਟ। It is the duty of mankind to give the best to the children. United Nation ਨੇ ਇਹ ਸਟੇਟਮੈਂਟ ਦਿੱਤੀ ਸੀ ਕਿ ਪੂਰੀ ਦੁਨੀਆ ਦੀ ਡਿਊਟੀ ਬਣਦੀ ਹੈ ਕਿ ਹਰ ਇਨਸਾਨ ਆਪਣੀ ਆਪਣੀ ਜਗ੍ਹਾ ਤੇ, ਜੇ ਕੋਈ ਪੇਰੈਂਟਸ ਹੈ ਤਾਂ ਆਪਣੇ ਬੱਚਿਆਂ ਨੂੰ, ਕੋਈ ਦੇਸ਼ ਦੀ ਸਰਕਾਰ, ਹਰ ਕੋਈ, ਪੂਰੀ ਦੁਨੀਆ ਮਿਲ ਕੇ ਬੱਚਿਆਂ ਨੂੰ ਸਹੀ ਤੇ ਬੈਸਟ ਪੜ੍ਹਾਈ ਪ੍ਰੋਵਾਈਡ ਕਰਵਾਵੇ। ਇਹ ਸਟੇਟਮੈਂਟ ਦਿੱਤੀ ਸੀ। ਆਪਸ਼ਨ ਡੀ 20 ਨਵੰਬਰ 1959 ਨੂੰ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਨੇ। RTE ਦੀ ਫੁੱਲ ਫਾਰਮ ਕੀ ਹੈ? ਇਹਦੀ ਫੁੱਲ ਫਾਰਮ ਹੈ ਰਾਈਟ ਆਫ ਚਿਲਡਰਨ ਟੂ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ। ਸੰਵਿਧਾਨ ਦੇ ਅੰਦਰ ਆਰਟੀਕਲ 21A 'ਚ ਗੱਲ ਹੁੰਦੀ ਹੈ। ਇਹਦੇ ਅੰਦਰ 6 ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ ਫ੍ਰੀ ਤੇ ਕੰਪਲਸਰੀ ਐਜੂਕੇਸ਼ਨ ਪ੍ਰੋਵਾਈਡ ਕਰਵਾਉਣ ਦੀ ਗੱਲ ਹੁੰਦੀ ਹੈ। 86th ਅਮੈਂਡਮੈਂਟ ਕਰਕੇ ਇਹ ਇੰਪੋਰਟੈਂਟ ਆਰਟੀਕਲ ਐਡ ਕੀਤੇ ਨੇ। ਹੁਣ ਇਹਨੂੰ ਫੰਡਾਮੈਂਟਲ ਰਾਈਟ ਬਣਾਤਾ। ਸੋ ਇਹ 3-4 ਚੀਜ਼ਾਂ ਯਾਦ ਰੱਖੋ। ਡਿਸਲੈਕਸੀਆ ਕਿਸ ਚੀਜ਼ ਨਾਲ ਐਸੋਸੀਏਟਡ ਹੈ? ਡਿਸਲੈਕਸੀਆ ਹੁੰਦਾ ਜਦੋਂ ਕਿਸੇ ਬੱਚੇ ਨੂੰ ਪੜ੍ਹਨ 'ਚ ਦਿੱਕਤ ਆਵੇ, ਰੀਡ ਕਰਨ 'ਚ, ਰੀਡਿੰਗ ਡਿਸਆਰਡਰ ਹੈ। ਬੈਸਟ ਵੇ ਸਪੈਸ਼ਲੀ ਐਟ ਪ੍ਰਾਇਮਰੀ ਲੈਵਲ ਟੂ ਐਡਰੈਸ ਦ ਲਰਨਿੰਗ ਡਿਫਿਕਲਟੀ ਆਫ ਸਟੂਡੈਂਟ ਇਜ਼ ਟੂ, ਅਲੱਗ-ਅਲੱਗ ਟੀਚਿੰਗ ਦੇ ਮੈਥਡ ਅਪਣਾਓ ਸਪੈਸ਼ਲੀ ਜਿਹੜੇ ਡਿਸੇਬਲ ਸਟੂਡੈਂਟ ਦੇ ਲਈ ਸੂਟੇਬਲ ਹੋਣ। ਆਪਸ਼ਨ ਏ ਵੈਰਾਈਟੀ ਆਫ ਟੀਚਿੰਗ ਮੈਥਡ ਸੂਟਡ ਟੂ ਦ ਡਿਸੇਬਿਲਿਟੀ।
Centrally sponsored scheme of integrated education for disabled children aim at providing educational opportunity to children with disability. So normal ਬੱਚਿਆਂ ਦੇ ਨਾਲ regular school ਦੇ ਵਿੱਚ ਹੀ disable ਬੱਚਿਆਂ ਨੂੰ ਪੜ੍ਹਾਈ provide ਕਰਵਾਉਣ ਦੇ ਲਈ time to time center ਦੀ ਸਰਕਾਰ state ਦੀ ਸਰਕਾਰ initiative ਲੈਂਦੀ ਰਹਿੰਦੀ ਹੈ. Which of the following is best strategy for teaching children in special need? So ਉਹ ਹੈ cooperative learning ਤੇ peer tutoring. Option C. Inclusive education celebrate ਕਰਦੀ ਹੈ ਭਿੰਨਤਾ diversity ਇੱਕ classroom ਵਿੱਚ. Inclusive education refers to education system that ਜਿਹਦੇ ਵਿੱਚ ਹਰ ਤਰ੍ਹਾਂ ਦਾ ਬੱਚਾ ਹੁੰਦਾ ਹੈ no matter ਉਹ physically ਕਿਵੇਂ ਹੈ socially intellectual linguistic ਜਾਂ ਜੇ ਉਹਦੀ ਕੋਈ ਹੋਰ differently able condition ਹੈ. It is not a speaking disorder. ਇਹਨਾਂ ਚਾਰਾਂ ਦੇ ਵਿੱਚੋਂ ਬੋਲਣ ਦੇ ਵਿੱਚ ਦਿੱਕਤ ਵਾਲੀ ਜਿਹੜੀ ਪ੍ਰੋਬਲਮ ਨਹੀਂ ਹੈ ਉਹ ਹੈ ਆਪਸ਼ਨ B talking slow, ਹੌਲੀ ਬੋਲਣਾ ਜਾਂ ਬਹੁਤ ਤੇਜ਼ ਬੋਲਣਾ. ਇਹ ਕੋਈ ਡਿਸਆਰਡਰ ਨਹੀਂ ਹੈ. ਬਾਕੀ ਜਿਹੜੇ ਤਿੰਨ ਆਪਸ਼ਨ ਨੇ ਤਿੰਨੋਂ ਸਪੀਚ ਡਿਸਆਰਡਰ ਨੇ lisping, slurring, stammering, stuttering, sharp, unclear speech. Child of class 4 is always suffer with anxiety and frustration. You will. ਇੱਕ ਬੱਚਾ ਚੌਥੀ ਕਲਾਸ ਦਾ ਹਮੇਸ਼ਾ ਗੁੱਸੇ 'ਚ ਰਹਿੰਦਾ ਫਰਸਟ੍ਰੇਟ ਰਹਿੰਦਾ ਤੁਸੀਂ ਕੀ ਕਰੋਗੇ ਤੁਸੀਂ ਉੱਥੇ ਐਜ਼ ਅ ਟੀਚਰ ਇੱਕ ਕਾਉਂਸਲਰ ਦਾ ਰੋਲ ਅਦਾ ਕਰੋਗੇ do the role of a counselor. Special education ਕਿਸ ਚੀਜ਼ ਨਾਲ ਰਿਲੇਟਡ ਹੈ Special education is related to educational program for disabled. ਜੇ ਇੱਕ ਬੱਚਾ 16 ਨੂੰ 61 ਲਿਖ ਰਿਹਾ ਤੇ ਉਹ B ਤੇ D 'ਚ ਕਨਫਿਊਜ਼ ਹੋ ਰਿਹਾ ਤੁਹਾਨੂੰ ਕੀ ਪ੍ਰੋਬਲਮ ਹੈ ਸੋ ਉਰੇ ਬੱਚੇ ਨੂੰ ਲਰਨਿੰਗ ਡਿਸੇਬਿਲਿਟੀ ਹੈ ਆਪਸ਼ਨ B. ਕਿਹੜੇ ਦੇਸ਼ ਦੇ ਵਿੱਚ 1909 ਚ ਜੁਵੀਨਾਈਲ ਸਾਈਕੋਪੈਥਿਕ ਇੰਸਟੀਚਿਊਟ ਇਸਟੈਬਲਿਸ਼ ਕੀਤਾ ਗਿਆ ਸੀ ਸੋ ਉਹ ਹੈ ਸ਼ਿਕਾਗੋ ਆਪਸ਼ਨ B. ਲਰਨਿੰਗ ਡਿਸੇਬਿਲਿਟੀ ਕਿਹੜੀਆਂ ਕਾਰਨਾਂ ਕਰਕੇ ਹੋ ਸਕਦੀ ਹੈ ਇੱਕ ਕਾਰਨ ਨੂੰ ਛੱਡ ਕੇ ਸੋ ਇੱਕ ਕਾਰਨ ਜਿਹਦੇ ਕਰਕੇ ਲਰਨਿੰਗ ਡਿਸੇਬਿਲਿਟੀ ਨਹੀਂ ਹੁੰਦੀ ਉਹ ਹੈ ਕਲਚਰਲ ਫੈਕਟਰ ਆਪਸ਼ਨ D ਰਾਈਟ ਆਨਸਰ ਹੈ. ਬਾਕੀ ਪਹਿਲੇ ਤਿੰਨਾਂ ਕਾਰਨਾਂ ਕਰਕੇ ਲਰਨਿੰਗ ਡਿਸੇਬਿਲਿਟੀ ਹੋ ਸਕਦੀ ਹੈ ਸੈਰੀਬਰਲ ਦਿਮਾਗੀ ਤੌਰ ਤੇ ਕੋਈ ਡਿਸਫੰਕਸ਼ਨ ਹੈ ਇਮੋਸ਼ਨਲ ਡਿਸਟਰਬੈਂਸ ਹੈ ਬਿਹੇਵੀਅਰ ਡਿਸਟਰਬੈਂਸ ਹੈ. ਲਰਨਿੰਗ ਡਿਸੇਬਿਲਿਟੀ ਜਦੋਂ ਮੋਟਰ ਸਕਿੱਲ 'ਚ ਹੁੰਦੀ ਹੈ ਉਹਨੂੰ ਕਿਹਾ ਜਾਂਦਾ ਹੈ ਡਿਸਪ੍ਰੈਕਸੀਆ. ਡਿਸਆਰਡਰ ਜਿਹੜਾ ਲੈਂਗੁਏਜ ਕੰਪਰੀਹੈਂਸ਼ਨ ਕਿਸੇ ਦੀ ਭਾਸ਼ਾ ਸਮਝਣ 'ਚ ਦਿੱਕਤ ਆਉਂਦੀ ਹੈ ਜਦੋਂ ਬੱਚੇ ਨੂੰ ਉਹਨੂੰ ਕਹਿੰਦੇ ਆ ਅਫੈਸੀਆ ਆਪਸ਼ਨ. ਫੋਲੋਇੰਗ ਆਰ ਦਾ ਐਗਜ਼ਾਮਪਲ ਆਫ ਡਿਵੈਲਪਮੈਂਟਲ ਡਿਸਆਰਡਰ ਸੋ ਇਹਨਾਂ ਦੇ ਵਿੱਚੋਂ ਇੱਕ ਇਹੋ ਜਿਹੀ ਆਪਸ਼ਨ ਹੈ ਜਿਹੜੀ ਡਿਵੈਲਪਮੈਂਟ ਡਿਸਆਰਡਰ ਨਹੀਂ ਹੈ ਉਹ ਹੈ ਪੋਸਟ ਟਰਾਮੈਟਿਕ ਸਟ੍ਰੈਸ. ਬਾਕੀ ਔਟਿਜ਼ਮ ਸੈਰੀਬਰਲ ਪੈਲਸੀ ਅਟੈਂਸ਼ਨ ਡੈਫਿਸਿਟ ਹਾਈਪਰ ਐਕਟੀਵਿਟੀ ਡਿਸਆਰਡਰ ਇਹ ਤਿੰਨੋਂ ਹੀ ਡਿਵੈਲਪਮੈਂਟਲ ਡਿਸਆਰਡਰ ਨੇ. ਜੇ ਕੋਈ ਬੱਚਾ ਲਗਾਤਾਰ ਸਕੂਲ 'ਚ ਘੱਟ ਮਾਰਕਸ ਲੈ ਰਿਹਾ ਤਾਂ ਉਹਦੇ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਕਿਵੇਂ ਐਡਵਾਈਸ ਕਰਨਾ ਚਾਹੀਦਾ ਹੈ So her parents can be advised to help her by working in close association with teachers. Teacher ਦੇ ਨਾਲ ਮਿਲ ਕੇ ਜੋ ਬੱਚੇ ਦੇ parents ਨੇ ਉਹ ਦੋਨੋਂ ਇੱਕ ਕੋਆਪਰੇਸ਼ਨ ਬਿਠਾ ਕੇ ਆਰਾਮ ਨਾਲ ਪਿਆਰ ਨਾਲ ਬੱਚੇ ਦੇ grades ਨੂੰ uplift ਕਰਨ ਦੀ ਕੋਸ਼ਿਸ਼ ਕਰਨ. In the context of learning disabled children, providing immediate connection, stressing collaboration such as instant messaging, इंटेलिजेंट सर्च अलग-अलग नॉन लर्निंग टेक्नोलॉजी यूज करनी कंटेंट मैनेजमेंट किस टाइप की लर्निंग विच ये सारियां चीज़ां इंक्लूड कीतियां जांदियां ने सो ये है एम्बेडेड लर्निंग दा तरीका ऑप्शन. Which of the following is the most appropriate method to monitor the progress of children with learning disability? ਲਰਨਿੰਗ ਡਿਸੇਬਿਲਿਟੀ ਤੇ ਬੱਚਿਆਂ ਨੂੰ ਉਹਨਾਂ ਦੀ ਮੋਨੀਟਰ ਕਰਨ ਦੇ ਲਈ ਕਿ ਗਰੋਥ ਕਿਵੇਂ ਜਾ ਰਹੀ ਹੈ ਸਭ ਤੋਂ ਵਧੀਆ ਤਰੀਕਾ ਹੈ ਬਿਹੇਵੀਅਰਲ ਆਬਜ਼ਰਵੇਸ਼ਨ. Structured behavioral observation ਧਿਆਨ ਨਾਲ ਉਹਨਾਂ ਦੀ ਬਿਹੇਵੀਅਰ ਨੂੰ ਨੋਟ ਡਾਊਨ ਕਰੋ. ਇਹ ਜੀ ਪ੍ਰੋਬਲਮ ਜਿਹਦੇ ਵਿੱਚ ਬੱਚੇ ਨੂੰ ਲਿਖਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਹੈਂਡ ਰਾਈਟਿੰਗ ਦੇ ਵਿੱਚ ਤਾਂ ਉਹਦਾ ਮਤਲਬ ਹੈ ਡਿਸਗ੍ਰਾਫੀਆ ਹੋ ਸਕਦਾ ਹੈ ਬੱਚੇ ਨੂੰ ਆਪਸ਼ਨ A. Which of the following behavior is an identifier of a child with learning disability? Learning disability ਹੁੰਦੀ ਹੈ ਜਦੋਂ ਕਿਸੇ ਬੱਚੇ ਨੂੰ V ਨੂੰ ਉਹ D ਪੜ੍ਹ ਰਿਹਾ ਹੈ was ਨੂੰ 100 ਪੜ੍ਹ ਰਿਹਾ ਹੈ ਉਲਟਾ 21 ਨੂੰ 12 ਪੜ੍ਹ ਰਿਹਾ. A teacher has a hearing impaired child in her middle school class. Teacher ਦੇ ਲਈ ਕੀ ਜ਼ਰੂਰੀ ਹੈ ਕਿਸੇ ਬੱਚੇ ਨੂੰ ਘੱਟ ਸੁਣਦਾ ਹੈ ਤਾਂ ਟੀਚਰ ਲਈ ਜ਼ਰੂਰੀ ਹੈ ਕਿ ਪਹਿਲੇ ਨੰਬਰ ਤੇ ਉਸ ਬੱਚੇ ਨੂੰ ਫਰਸਟ ਬੈਂਚ ਤੇ ਬਿਠਾਉਣ ਜਿੱਥੇ ਉਹ ਟੀਚਰ ਦੇ ਲਿਪਸ ਨੂੰ ਪੜ੍ਹ ਕੇ ਫੇਸ਼ੀਅਲ ਐਕਸਪ੍ਰੈਸ਼ਨ ਨੂੰ ਪੜ੍ਹ ਕੇ ਚੀਜ਼ਾਂ ਨੂੰ ਸਮਝ ਸਕੇ. Next ਹੈ 123rd question. A teacher asked her class to cover sharp edge of furniture with cotton and use touch and feel notice board and book.
need of which category of special learner is she attempting to cater? ਜਿੱਥੇ ਇੱਕ ਟੀਚਰ ਚੀਜ਼ਾਂ ਨੂੰ ਫੀਲ ਕਰਵਾ ਕੇ ਸਮਝਾਉਣ ਦੀ ਕੋਸ਼ਿਸ਼ ਕਰੇ ਤਾਂ ਉੱਥੇ ਮਤਲਬ ਹੈ ਕਿ ਉਹ ਵਿਜ਼ੂਅਲੀ ਇੰਪੇਅਰਡ ਲਰਨਰਸ ਨੂੰ ਚੀਜ਼ਾਂ ਸਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਨੈਕਸਟ ਇੱਕ ਸਕੀਮ ਹੈ ਗੁਜਰਾਤ ਚੀਫ ਮਿਨਿਸਟਰ ਵਿਜੇ ਰੂਪਾਨੀ ਨੇ ਲਾਂਚ ਕੀਤੀ ਸੀ ਪੋਸ਼ਣ ਅਭਿਆਨ, ਇੱਕ ਸਟੇਟ ਵਾਈਡ ਮਿਸ਼ਨ ਟੂ ਇਰੈਡੀਕੇਟ ਮਾਲ ਨਿਊਟ੍ਰੀਸ਼ਨ, ਬੱਚਿਆਂ ਚੋਂ ਮਾਲ ਨਿਊਟ੍ਰੀਸ਼ਨ ਨੂੰ ਖਤਮ ਕਰਨਾ, ਕੁਪੋਸ਼ਣ ਨੂੰ ਖਤਮ ਕਰਨਾ, ਤੇ ਲਾਂਚ ਕੀਤਾ ਸੀ ਪੂਰਨਾ ਪ੍ਰੋਜੈਕਟ ਇਲੀਮੀਨੇਟ ਕਰਨ ਦੇ ਲਈ ਮਾਲ ਨਿਊਟ੍ਰੀਸ਼ਨ ਨੂੰ ਅਮੰਗ ਗਰਲਸ ਇਨ ਦ ਏਜ ਗਰੁੱਪ ਆਫ 14। ਪੂਰਨਾ ਦੀ ਫੁੱਲ ਫਾਰਮ ਕੀ ਹੈ? ਵੈਰੀ ਵੈਰੀ ਇੰਪੋਰਟੈਂਟ। ਸੋ ਪੂਰਨਾ ਸਕੀਮ ਦੀ ਫੁੱਲ ਫਾਰਮ ਹੈ ਆਪਸ਼ਨ ਡੀ, prevention of undernutrition and reduction of nutritional anemia। Red blood cell RBC ਦਾ low count ਕਿਹੜੀ ਪ੍ਰੋਬਲਮ ਵਿੱਚ ਦੇਖਿਆ ਜਾਂਦਾ ਹੈ? ਸੋ ਇੱਕ ਤਾਂ ਅਨੀਮੀਆ, ਦੂਜਾ ਹੈ leukemia, ਆਪਸ਼ਨ ਡੀ। ਚਾਈਲਡ ਇੱਕ ਕੁਆਸ਼ੀਕਰ ਤੋਂ ਸਫਰ ਕਰ ਰਿਹਾ ਹੈ। if this child is compared with other marasmus children then what additional symptom are present in ਕੁਆਸ਼ੀਕਰ? ਮਰੈਸਮਸ ਜਿਹੜੇ ਬੱਚਿਆਂ ਨੂੰ ਹੋਇਆ ਉਹਦੇ ਨਾਲੋਂ ਕੁਆਸ਼ੀਕਰ ਵਾਲੇ ਬੱਚੇ ਦੇ ਵਿੱਚ ਕਿਹੜਾ ਸਿੰਪਟਮ ਲੱਛਣ ਅਲੱਗ ਤੋਂ ਦੇਖਣ ਨੂੰ ਮਿਲੂਗਾ ਬਿਮਾਰੀ ਦਾ? ਸੋ ਉਹ ਹੈ ਬੋਡੀ weight ਦਾ ਘਟਣਾ। ਸੋ ਇਹ ਇੰਪੋਰਟੈਂਟ ਚੀਜ਼ ਤੁਸੀਂ ਯਾਦ ਰੱਖਣੀ ਹੈ ਪੇਪਰ 'ਚ। ਕੁਆਸ਼ੀਕਰ, ਮਰੈਸਮਸ ਇਹ ਬਹੁਤ ਹੀ ਕਾਮਨਲੀ ਪੁੱਛੇ ਜਾਂਦੇ ਨੇ ਜਦੋਂ ਮਾਲ ਨਿਊਟ੍ਰੀਸ਼ਨ ਦਾ ਟੌਪਿਕ ਹੁੰਦਾ। ਸੋ ਮਰੈਸਮਸ ਨਾਲੋਂ ਕੁਆਸ਼ੀਕਰ ਦੇ ਵਿੱਚ ਇੱਕ ਹੀ ਮੇਨ ਅੰਤਰ ਹੈ। ਪਹਿਲੀ ਚੀਜ਼ ਤਾਂ ਦੋਨੋਂ ਨਿਊਟ੍ਰੀਐਂਟ ਡੈਫੀਸ਼ੀਐਂਸੀ ਨਾਲ ਹੁੰਦੇ ਨੇ, ਦੂਜਾ ਕੁਆਸ਼ੀਕਰ ਵਾਲੇ ਬੱਚੇ ਦਾ weight ਬਹੁਤ ਜ਼ਿਆਦਾ ਘਟਿਆ ਹੁੰਦਾ ਹੈ, ਸੋ ਡਿਕਰੀਜ਼ ਇਨ ਬੋਡੀ weight। ਕ੍ਰੋਨਿਕ ਅਨੀਮੀਆ ਤੇ ਮਲਟੀਪਲ ਸਕਲੈਰੋਸਿਸ ਇਹ ਕਿਸ ਟਾਈਪ ਦੀਆਂ ਬਿਮਾਰੀਆਂ ਨੇ? ਸੋ ਇਹ ਆਟੋ ਇਮਿਊਨ ਡਿਸੀਜ਼ ਨੇ, ਆਪਸ਼ਨ ਸੀ। ਮੈਮਲਸ ਅੰਦਰ ਜਿਹੜੇ ਟੀ ਲਿੰਫੋਸਾਈਟ ਹੁੰਦੇ ਨੇ ਉਹਨਾਂ ਨੂੰ ਲੈ ਕੇ ਕਿਹੜੀ ਸਟੇਟਮੈਂਟ ਸਹੀ ਹੈ? ਸੋ ਲਿੰਫੋਇਡ ਟਿਸ਼ੂ ਤੋਂ originate ਹੁੰਦੇ ਨੇ, ਆਪਸ਼ਨ ਬੀ, ਦਿਸ ਇਜ਼ ਰਾਈਟ ਸਟੇਟਮੈਂਟ। ਐਂਟੀਬਾਡੀ ਡਿਪੈਂਡੈਂਟ ਸਾਈਟੋਟੌਕਸਿਟੀ ਕਿਸ ਚੀਜ਼ ਵਿੱਚ ਦਿਖਦੀ ਹੈ? ਇਹ ਦਿਖਦੀ ਹੈ ਜਦੋਂ ਆਪਾਂ ਨਾਨ ਕੰਪੈਟੀਬਲ ਬਲੱਡ ਟ੍ਰਾਂਸਫਿਊਜ਼ ਕਰ ਦਿੰਦੇ ਹਾਂ, ਆਪਸ਼ਨ ਡੀ। Next, which of the following protein cause dilation of blood vessel? ਉਹ ਹੈ ਹਿਸਟਾਮਿਨ, ਆਪਸ਼ਨ A। ਪਾਰਕਿੰਸਨਸ ਡਿਸੀਜ਼ ਕਿਹੜੀ ਚੀਜ਼ ਦੀ ਘਾਟ ਨਾਲ ਡੈਫੀਸ਼ੀਐਂਸੀ ਨਾਲ ਹੁੰਦੀ ਹੈ? ਵੈਰੀ ਇੰਪੋਰਟੈਂਟ ਫॉर ਐਗਜ਼ਾਮ। ਸੋ ਪਾਰਕਿੰਸਨਸ ਡਿਸੀਜ਼ ਹੁੰਦੀ ਹੈ ਡੋਪਾਮਾਈਨ ਦੀ ਘਾਟ ਨਾਲ ਡੈਫੀਸ਼ੀਐਂਸੀ ਨਾਲ। ਗਾਊਚਰਸ ਡਿਸੀਜ਼ ਕਿਸ ਚੀਜ਼ ਨਾਲ ਰਿਲੇਟਡ ਹੈ? ਐਬਨੋਰਮਲ ਫੈਟ ਮੈਟਾਬੋਲਿਜ਼ਮ ਨਾਲ ਰਿਲੇਟਡ ਹੈ, ਆਪਸ਼ਨ ਬੀ। LSD ਕਿੱਥੋਂ obtain ਕੀਤੀ ਜਾਂਦੀ ਹੈ? LSD is obtained from claviceps purpurea, option B। ਇਨਫੈਕਸ਼ੀਅਸ ਪ੍ਰੋਟੀਨ ਕਿਸ ਚੀਜ਼ ਵਿੱਚ ਪ੍ਰੈਜ਼ੈਂਟ ਹੁੰਦੇ ਨੇ? ਇਨਫੈਕਸ਼ੀਅਸ ਪ੍ਰੋਟੀਨ ਹੁੰਦੇ ਨੇ ਪ੍ਰਾਇਨਸ ਦੇ ਵਿੱਚ, ਆਪਸ਼ਨ ਈ। ਇਮਿਊਨੋਸਪਰੈਸੈਂਟ such as dash prevent transplanted organ from being rejected in recipient, ਸੋ ਉਹ ਹੈ ਜਿਵੇਂ ਸਾਈਕਲੋਸਪੋਰਿਨ, ਆਪਸ਼ਨ ਬੀ। both B and T lymphocyte are produced in bone marrow, however ਸਿਰਫ T lymphocyte ਹੀ ਟਰੈਵਲ ਕਰਦੇ ਨੇ ਕਿੱਥੇ? ਤੇ ਉੱਥੇ ਮੈਚੁਰ ਹੁੰਦੇ ਨੇ, ਸੋ ਉਹਨੇ ਥਾਈਮਸ ਵਿੱਚ, ਆਪਸ਼ਨ। The dash is at its largest in children but with onset of puberty it eventually shrink get replaced by fat। ਕਿਹੜੀ ਚੀਜ਼ ਹੈ ਜਿਵੇਂ ਬੱਚੇ ਪਿਊਬਰਟੀ ਵੱਲ ਆਉਂਦੇ ਨੇ, ਏਜ ਵਧਣ ਲੱਗਦੀ ਹੈ, ਉਹ ਚੀਜ਼ ਘਟ ਜਾਂਦੀ ਹੈ ਤੇ ਉਸ ਜਗ੍ਹਾ ਤੇ ਫੈਟ ਆਉਣਾ ਸ਼ੁਰੂ ਹੋ ਜਾਂਦਾ ਹੈ, ਸੋ ਉਹ ਹੈ ਥਾਈਮਸ, ਆਪਸ਼ਨ ਏ। next ਹੈ Ascaris lumbricoides is a species of parasitic roundworm ਕਿੱਥੇ ਹੁੰਦਾ ਹੈ? ਇਹ ਜਿਹੜਾ ਰਾਉਂਡਵਰਮ ਹੈ, ਪੈਰਾਸਿਟਿਕ ਰਾਉਂਡਵਰਮ ਹੈ, ਇਹ ਹਿਊਮਨਸ ਦੇ ਵਿੱਚ ਪਾਇਆ ਜਾਂਦਾ ਹੈ, ਆਪਸ਼ਨ ਏ। ਨੈਕਸਟ ਹੈ ਇਹਨਾਂ ਚੋਂ ਕਿਹੜੀ ਬਿਮਾਰੀ ਹੈ ਜਿਹਨੂੰ ਇਰੈਡੀਕੇਟ ਕਰ ਦਿੱਤਾ ਗਿਆ? ਸੋ ਇਹ ਤਿੰਨੋਂ ਹੀ, ਆਪਸ਼ਨ ਡੀ, ਸਮਾਲ ਪੌਕਸ, ਰਿੰਡਰਪੈਸਟ, ਪੋਲੀਓ। A kind of an injury or damage which result in premature death of nearby cell in a tissue or an organ through autolysis, ਇਹ ਹੈ necrosis, option B। ਹਾਈਪੋਕੌਂਡਰੀਆ ਨੂੰ ਹੋਰ ਕੀ ਕਹਿੰਦੇ ਆ? ਦਿਸ ਇਜ਼ ਆਲਸੋ ਇੰਪੋਰਟੈਂਟ। ਹਾਈਡਰੋਕੌਂਡਰੀਆ ਨੂੰ ਕਹਿੰਦੇ ਆ ਹੈਲਥ ਐਂਜ਼ਾਈਟੀ, ਆਪਸ਼ਨ ਈ। ਇਮਿਊਨ ਸਿਸਟਮ ਦੇ ਵਿੱਚ ਕੀ ਹੁੰਦਾ ਹੈ? ਇੰਪੋਰਟੈਂਟ ਫॉर ਐਗਜ਼ਾਮ। ਹਿਊਮਰਲ ਤੇ ਸੈਲ ਮੀਡੀਏਟਡ ਸਿਸਟਮ, ਇਹ ਦੋ ਆਪਣੇ ਇਮਿਊਨਿਟੀ ਦੇ ਵਿੱਚ ਆਉਂਦੇ। ਨੈਕਸਟ ਹੈ ਇਹਨਾਂ ਚਾਰਾਂ ਚੋਂ ਵਾਇਰਲ ਡਿਸੀਜ਼, ਵਾਇਰਸ ਨਾਲ ਫੈਲਣ ਵਾਲੀ ਬਿਮਾਰੀ ਕਿਹੜੀ ਹੈ? ਸੋ ਉਹ ਹੈ ਇਨਫਲੂਐਂਜ਼ਾ, ਆਪਸ਼ਨ ਡੀ। ਕਾਰਸੀਨੋਮਾ ਅਰਾਈਜ਼ ਫਰੋਮ, ਇਹ ਐਪੀਥੀਲੀਅਲ ਸੈਲ ਤੋਂ ਰਾਈਜ਼ ਹੁੰਦਾ ਹੈ, ਆਪਸ਼ਨ ਏ। ਮੈਲੇਨੋਮਾ ਇੱਕ ਕੈਂਸਰ ਦੀ ਫਾਰਮ ਹੈ, ਕਿਹੜੇ ਸੈਲ ਚੋਂ ਡਿਵੈਲਪ ਹੁੰਦੀ ਹੈ? ਮੈਲੇਨੋਮਾ ਮੈਲਾਨੋਸਾਈਟ ਸੈਲ ਤੋਂ ਡਿਵੈਲਪ ਹੁੰਦੀ ਹੈ, ਆਪਸ਼ਨ ਬੀ। ਹਿਊਮਨ ਇਮਿਊਨੋਡੈਫੀਸ਼ੀਐਂਸੀ ਵਾਇਰਸ ਜਿਹਨੂੰ ਆਪਾਂ HIV ਕਹਿੰਦੇ ਆ, ਇਹਦੇ ਨਾਲ ਏਡਸ ਹੁੰਦਾ ਹੈ।
WBC ਵਾਈਟ ਬਲੱਡ ਸੈੱਲ ਉੱਤੇ ਅਟੈਕ ਕਰਦੇ ਆ, ਇਹਨਾਂ ਨੂੰ ਕੀ ਕਿਹਾ ਜਾਂਦਾ ਹੈ? ਸੋ ਇਹਨੂੰ ਕਿਹਾ ਜਾਂਦਾ ਹੈ CD4 option A, and this is again important for example. ਪਲੇਗ ਕਿਹੜੇ ਬੈਕਟੀਰੀਅਮ ਦੇ ਨਾਲ ਹੁੰਦਾ ਹੈ? ਪਲੇਗ ਹੁੰਦਾ ਹੈ ਯਰਸੀਨੀਆ ਪੈਸਟਿਸ ਆਪਸ਼ਨ ਬੀ। ਐਲੀਫੈਂਟਾਈਸਿਸ ਵੈਰੀ ਵੈਰੀ ਇੰਪੋਰਟੈਂਟ, ਬਾਰ ਪੇਪਰ 'ਚ ਕੁਐਸਚਨ ਆਉਂਦਾ ਹੈ। ਐਲੀਫੈਂਟਾਈਸਿਸ ਬਿਮਾਰੀ ਹੁੰਦੀ ਹੈ ਫਿਲੇਰੀਅਲ ਵਰਮ ਦੇ ਨਾਲ, ਆਪਸ਼ਨ ਏ। ਨੈਕਸਟ ਇਹਨਾਂ ਚਾਰਾਂ ਚੋਂ ਸਟਿਮੂਲੈਂਟ ਕਿਹੜਾ ਹੈ? ਸੋ ਇਹਨਾਂ ਚੋਂ ਸਟਿਮੂਲੈਂਟ ਹੈ ਐਮਫੀਟਾਮਾਈਨ, ਆਪਸ਼ਨ ਬੀ। ਕਾइंड ऑफ malnutrition stands for PEM ਦੀ ਫੁੱਲ ਫਾਰਮ ਹੈ ਪ੍ਰੋਟੀਨ ਐਨਰਜੀ malnutrition। ਇੰਡੀਆ ਦੀ ਸਭ ਤੋਂ ਵੱਡੀ ਨੈਸ਼ਨਲ ਹੈਲਥ ਪ੍ਰੋਟੈਕਸ਼ਨ ਸਕੀਮ has been implemented। ਨਾਮ ਕੀ ਦਿੱਤਾ ਗਿਆ ਸਕੀਮ ਨੂੰ? ਉਸ ਸਕੀਮ ਨੂੰ ਨਾਮ ਦਿੱਤਾ ਗਿਆ ਆਯੁਸ਼ਮਾਨ ਭਾਰਤ, ਆਪਸ਼ਨ ਏ। ਆਯੁਸ਼ਮਾਨ ਭਾਰਤ ਸਕੀਮ ਲਾਂਚ ਕਦੋਂ ਹੋਈ? ਲਾਂਚਿੰਗ ਡੇਟ ਇਜ਼ ਵੈਰੀ ਵੈਰੀ ਇੰਪੋਰਟੈਂਟ, ਸੋ ਇਹ ਹੈ 14 ਅਪ੍ਰੈਲ 2018। ਨੈਕਸਟ ਹੈ ਕਿਹੜੀਆਂ ਇੰਪੋਰਟੈਂਟ ਸਕੀਮਸ ਨੇ ਜਿਨ੍ਹਾਂ ਨੂੰ ਆਯੁਸ਼ਮਾਨ ਭਾਰਤ ਸਕੀਮ ਨੇ ਆਪਣੇ ਅੰਡਰ ਲੈ ਲਿਆ? ਸੋ ਉਹ ਹੈ ਪਹਿਲੀ ਤੇ ਤੀਜੀ ਸਕੀਮ ਰਾਸ਼ਟਰੀ ਸਵਾਸਥਯ ਬੀਮਾ ਯੋਜਨਾ, ਸੀਨੀਅਰ ਸਿਟੀਜ਼ਨ ਹੈਲਥ ਇੰਸ਼ੋਰੈਂਸ ਸਕੀਮ 1 and 3, option C. What is the insurance cover under the scheme for the beneficiary? ਆਯੁਸ਼ਮਾਨ ਭਾਰਤ ਦੇ ਅੰਦਰ 5 ਲੱਖ ਤੱਕ ਦੀ ਇੰਸ਼ੋਰੈਂਸ ਕਵਰ ਹੈ, option A. Who will head the Ayushman Bharat National Health Protection Mission Council formed at national level ਇਸ ਸਕੀਮ ਨੂੰ ਲਾਗੂ ਕਰਵਾਉਣ ਦੇ ਲਈ? ਸੋ ਉਹਦੇ ਹੈਡ ਹੁੰਦੇ ਨੇ ਜੋ ਹੈਲਥ ਤੇ ਫੈਮਿਲੀ ਵੈਲਫੇਅਰ ਦੇ ਮਿਨਿਸਟਰ ਹੈ। The states and UTs are required to set up SHA ਆਯੁਸ਼ਮਾਨ ਸਕੀਮ ਨੂੰ ਲਾਗੂ ਕਰਵਾਉਣ ਦੇ ਲਈ। SHA ਦੀ ਫੁੱਲ ਫਾਰਮ ਕੀ ਹੈ? SHA stands for State Health Agency, option C. ਆਯੁਸ਼ਮਾਨ ਭਾਰਤ ਸਕੀਮ ਦਾ ਟਾਰਗੇਟ ਕਿੰਨੇ ਕਰੋੜ ਬੈਨੀਫੀਸ਼ੀਅਰੀਆਂ ਨੂੰ ਕਵਰ ਕਰਨ ਦਾ ਇਸ ਸਕੀਮ ਦੇ ਅੰਦਰ? ਸੋ ਟਾਰਗੇਟ ਹੈ 10.74 ਕਰੋੜ, ਆਪਸ਼ਨ ਡੀ। ਗਵਰਨਮੈਂਟ ਨੇ ਪਾਰਟਨਰਸ਼ਿਪ ਕੀਤੀ ਹੈ ਕਿਹੜੀ ਐਂਟੀਟੀ ਦੇ ਨਾਲ ਕੈਸ਼ਲੈਸ ਬਣਾਉਣ ਦੇ ਲਈ ਆਯੁਸ਼ਮਾਨ ਭਾਰਤ ਦਾ ਸਾਰਾ ਪ੍ਰੋਸੈਸ? ਸੋ ਉਹ ਹੈ ਨੀਤੀ ਆਯੋਗ, ਆਪਸ਼ਨ ਏ। Under Ayushman Bharat program, government has announced two major initiatives: National Health Protection Scheme and Health Wellness Center, दो flagship program to build new India. So the year is 2022, option B. आयुष्मान भारत ਨੂੰ ਲੈ ਕੇ ਮੈਂ ਤੁਹਾਨੂੰ ਅਲੱਗ ਤੋਂ ਕੁਐਸਚਨ ਇਸ ਲਈ ਕਰਵਾਏ ਨੇ ਕਿਉਂਕਿ one of the most important health program ਹੈ ਇੰਡੀਆ ਦਾ। Next ਹੈ problems related to nutrition of nutrient। ਨਿਊਟ੍ਰੀਸ਼ਨ ਨਿਊਟ੍ਰੀਐਂਟਸ ਦਾ ਕਿੰਨੀ ਮਾਤਰਾ ਚ ਤੁਸੀਂ ਲੈ ਰਹੇ ਹੋ, ਕਿੰਨੇ ਪੋਰਸ਼ਨ ਚ ਲੈ ਰਹੇ ਹੋ, ਜ਼ਿਆਦਾ ਲੈ ਰਹੇ ਹੋ, ਘੱਟ ਲੈ ਰਹੇ ਹੋ, ਇਸ ਪ੍ਰੋਬਲਮ ਨੂੰ ਕਿਹਾ ਜਾਂਦਾ ਹੈ ਮਾਲ ਨਿਊਟ੍ਰੀਸ਼ਨ, ਆਪਸ਼ਨ ਏ। ਕਾइंड ऑफ ਮਾਲ ਨਿਊਟ੍ਰੀਸ਼ਨ ਜਿਹਦੇ ਵਿੱਚ ਜ਼ਿਆਦਾ ਨਿਊਟ੍ਰੀਐਂਟ ਲੈ ਲੈਂਦੇ ਹੋ ਜ਼ਰੂਰਤ ਤੋਂ, ਜਿੰਨੇ ਇੱਕ ਨਾਰਮਲ ਬਾਡੀ ਨੂੰ ਚਾਹੀਦੇ ਨੇ, ਉਹਨੂੰ ਕਿਹਾ ਜਾਂਦਾ ਹੈ ਓਵਰ ਇਨਟੇਕ ਆਫ ਨਿਊਟ੍ਰੀਐਂਟ, ਆਪਸ਼ਨ ਬੀ। Disease which is caused by protein energy malnutrition, very very important for exam, high chances ਕਿ ਇਸ ਟਾਈਪ ਦੇ ਕੁਐਸਚਨ ਤੁਹਾਨੂੰ ਪੇਪਰਸ ਦੇਖਣ ਨੂੰ ਮਿਲਣਗੇ। ਸੋ ਉਸ ਬਿਮਾਰੀ ਦਾ ਨਾਮ ਹੈ ਮਰੈਸਮਸ। WHO ਡੇ, ਵਰਲਡ ਹੈਲਥ ਆਰਗੇਨਾਈਜੇਸ਼ਨ, ਕਿਸ ਡੇਟ ਨੂੰ ਸੈਲੀਬ੍ਰੇਟ ਕਰਦੇ ਆ? ਸੋ ਇਹ ਹੈ 7 April, ਆਪਸ਼ਨ ਸੀ। ਜਨਨੀ ਸੁਰੱਖਿਆ ਯੋਜਨਾ ਦੀ ਟੌਪ ਮੇਨ ਪ੍ਰਾਇੋਰਿਟੀ ਕੀ ਹੈ? ਸੋ ਪ੍ਰਾਇੋਰਿਟੀ ਹੈ ਕਿ ਜਿਹੜਾ ਮੈਟਰਨਲ ਮੋਰਟੈਲਿਟੀ ਰੇਟ ਹੈ ਉਹਨੂੰ ਘਟਾਇਆ ਜਾ ਸਕੇ, ਆਪਸ਼ਨ ਸੀ reduction of MM. Which of the following nutrient deficiency in a pregnant woman can lead to neural defect in her child? So ਇਹਦੇ ਵਿੱਚੋਂ ਜੇ folic acid, folate, option B. ਇਹਨੂੰ folic acid ਵੀ ਆਪਾਂ ਕਹਿੰਦੇ ਆ। ਜੇ ਇਸ nutrient ਦੀ deficiency ਹੁੰਦੀ ਹੈ pregnant women ਦੇ ਵਿੱਚ ਤਾਂ high chances ਨੇ ਕਿ ਬੱਚੇ ਦੀ neural defect ਕੋਈ ਨਾ ਕੋਈ ਆ ਸਕੇ। Which of the following side effects are associated with maternal smoking during pregnancy? So ਜੇ ਕੋਈ smoking ਕਰਦੇ ਆ ਤਾਂ ਉਹਦੇ ਨਾਲ cleft lip, cleft palate, sudden infant death syndrome, ਇਹਨਾਂ ਚੋਂ ਕੁਝ ਵੀ ਹੋ ਸਕਦਾ ਹੈ, option D, all of the above. Next ਹੈ which of transmission infection cause jaundice? So ਇਹਨਾਂ ਦੇ ਵਿੱਚੋਂ hepatitis ਦੀ transmission ਦੇ ਨਾਲ jaundice ਹੋ ਸਕਦਾ ਹੈ, option A. Aim of antenatal care. Antenatal care ਦਾ main ਮਕਸਦ ਹੈ healthy pregnancy, promote and maintain health in pregnancy, detect and treat condition, ਜੇ ਕੋਈ pregnancy ਤੋਂ ਪਹਿਲਾਂ ਕੋਈ ਪ੍ਰੋਬਲਮ ਆ ਰਹੀ ਹੈ ਉਹਨੂੰ ਦੇਖੋ ਤੇ ਉਹਨੂੰ ਟ੍ਰੀਟ ਕਰੋ, ਇੱਕ ਪਲਾਨਡ ਵੇ ਦੇ ਨਾਲ ਡਿਲੀਵਰੀ ਹੋਣੀ ਤੇ ਐਮਰਜੈਂਸੀ ਦੇ ਲਈ ਤਿਆਰ ਰਹਿਣਾ। ਸੋ ਇਹ ਸਾਰੀਆਂ ਚੀਜ਼ਾਂ ਐਂਟੀਨੇਟਲ ਕੇਅਰ ਚ ਆਉਂਦੀਆਂ ਨੇ, ਆਪਸ਼ਨ ਡੀ। ਅਬਾਊਟ ਐਂਟੀਨੇਟਲ ਕੇਅਰ, ਸੋ ਐਂਟੀਨੇਟਲ ਕੇਅਰ ਨੂੰ ਲੈ ਕੇ ਪਹਿਲੀ ਤੇ ਤੀਜੀ ਸਟੇਟਮੈਂਟ ਸਹੀ ਹੈ, ਰਾਈਟ ਆਨਸਰ ਹੈ ਡੀ।
ਜਿੰਨੀ ਜ਼ਿਆਦਾ ਮਦਰ ਕਲੀਨਿਕ ਅਟੈਂਡ ਕਰੂਗੀ ਪ੍ਰੋਪਰ ਟਾਈਮ ਤੇ ਜਦੋਂ ਡਾਕਟਰ ਨੇ ਕਿਹਾ ਉਨਾ ਹੀ ਉਹਦੇ ਲਈ ਬੈਟਰ ਹੈ। ਨਾਲ ਹੀ ਗੁੱਡ ਤੇ ਕਲੋਜ਼ ਮੋਨੀਟਰਿੰਗ ਹੋ ਜਾਂਦੀ ਹੈ ਡਾਕਟਰ ਦੇ ਦੁਆਰਾ ਜੇ ਕੋਈ ਕੰਪਲਿਕੇਸ਼ਨ ਆਉਂਦੀ ਹੈ। ਸਾਇੰਟੀਫਿਕਲੀ ਡਿਲੀਵਰੀ ਆਫ ਡਿਵੈਲਪਡ ਫੀਟਸ ਇਜ਼ ਟਰਮਡ ਐਸ, ਸੋ ਇੱਕ ਡਿਵੈਲਪਡ ਹੈਲਦੀ ਫੀਟਸ ਦੀ ਡਿਲੀਵਰੀ ਨੂੰ ਕਿਹਾ ਜਾਂਦਾ ਹੈ ਪਾਰਟੂਰੀਸ਼ਨ। ਆਪਸ਼ਨ ਡੀ, ਦਿਸ ਟਰਮ ਇਜ਼ ਇੰਪੋਰਟੈਂਟ। Which of these event is unlikely to happen if the mammalian ovum does not get fertilized? So ਇਹਨਾਂ ਦੇ ਵਿੱਚੋਂ ਜਿਹੜਾ event ਬਹੁਤ unlikely ਹੈ, ਘੱਟ ਹੋਣ ਦੇ chance ਨੇ, ਉਹ ਹੈ option B, secretion of estrogen increase। Next ਹੈ colostrum is, colostrum ਹੁੰਦਾ ਹੈ ਜਿਹੜਾ initial starting ਦੇ ਕੁਝ ਦਿਨਾਂ ਦਾ milk ਹੁੰਦਾ ਹੈ, so option B, milk of initial few days। so after pregnancy ਜਦੋਂ birth ਹੋ ਜਾਂਦਾ ਹੈ delivery, ਉਦੋਂ ਜਿਹੜਾ ਪਹਿਲੇ ਕੁਝ ਦਿਨਾਂ ਦਾ ਮਿਲਕ ਹੁੰਦਾ ਉਹਨੂੰ ਕਿਹਾ ਜਾਂਦਾ ਹੈ ਕੋਲੋਸਟਰਮ। ਹਿਊਮਨਸ ਦੇ ਅੰਦਰ ਬਾਰਥੋਲਿਨਸ ਗਲੈਂਡ ਕਿੱਥੇ ਹੁੰਦੇ ਨੇ? ਸੋ ਇਹ ਹੁੰਦੇ ਨੇ ਵੈਜਾਈਨਾ ਦੀ ਕਿਸੇ ਵੀ ਸਾਈਡ ਤੇ, ਈਦਰ ਸਾਈਡ ਆਫ ਵੈਜਾਈਨਾ। What does colostrum contain? ਕੋਲੇਸਟ੍ਰਮ ਦੇ ਅੰਦਰ ਬਹੁਤ ਸਾਰੀਆਂ ਐਂਟੀਬਾਡੀਜ਼ ਹੁੰਦੇ ਨੇ, ਤਾਂ ਹੀ ਕਿਹਾ ਜਾਂਦਾ ਹੈ ਕਿ ਕਿਸੇ ਵੀ ਮਾਂ ਦਾ ਜਿਹੜਾ ਸਟਾਰਟਿੰਗ ਵਾਲਾ ਮਿਲਕ ਹੁੰਦਾ ਹੈ ਉਹ ਕਾਫੀ ਹੈਲਦੀ ਹੁੰਦਾ ਬੱਚੇ ਲਈ। ਸੋ ਕੋਲੇਸਟ੍ਰਮ ਦੇ ਅੰਦਰ ਬਹੁਤ ਸਾਰੀਆਂ ਐਂਟੀਬਾਡੀਜ਼ ਹੁੰਦੀਆਂ ਨੇ ਜੋ ਬੱਚੇ ਦੀ ਇਮਿਊਨਿਟੀ ਵੀ ਬੂਸਟ ਕਰਦੇ ਆ। ਗ੍ਰਾਫੀਅਨ ਫੋਲਿਕਲ ਰਿਗਰੈਸ ਟੂ ਦਿਸ ਆਫਟਰ ਓਵੂਲੇਸ਼ਨ, ਸੋ ਉਹ ਹੈ ਕਾਰਪਸ ਲਟਕਮ। ਆਪਸ਼ਨ ਡੀ। ਸੈਕਸ ਆਫ ਅਨਬੋਰਨ ਟੇਕਸ ਸ਼ੇਪ ਡਿਊਰਿੰਗ, ਸੋ ਬੱਚੇ ਦਾ ਸੈਕਸ ਕਦੋਂ ਤੈਅ ਹੁੰਦਾ ਹੈ? ਸੋ ਜਦੋਂ ਮੇਲ ਗੈਮੇਟ ਦੇ ਦੁਆਰਾ ਫਰਟੀਲਾਈਜੇਸ਼ਨ ਹੁੰਦੀ ਹੈ, ਆਪਸ਼ਨ ਸੀ। ਸੋ ਸੈਕਸ ਡਿਟਰਮੀਨੇਸ਼ਨ ਹੁੰਦੀ ਹੈ ਮੇਲ ਗੇਮੇਟ ਦੇ ਦੁਆਰਾ, ਆਪਸ਼ਨ ਸੀ। ਇਹ ਚੀਜ਼ ਤੁਸੀਂ ਅਲੱਗ ਤੋਂ ਵੀ ਯਾਦ ਰੱਖਣੀ ਹੈ। When does lactation start? Lactation start ਹੁੰਦੀ ਹੈ pregnancy ਦੇ ਖਤਮ ਹੋਣ ਤੋਂ ਬਾਅਦ, at the end of pregnancy, option D। After how many days of fertilization does implantation occur? Implantation fertilization ਤੋਂ 7 ਦਿਨ ਬਾਅਦ start ਹੁੰਦੀ ਹੈ, option B। This structure ruptures when water breaks in pregnancy। ਜਦੋਂ delivery ਹੋਣ ਵਾਲੀ ਹੁੰਦੀ ਹੈ, water break ਹੋ ਜਾਂਦਾ ਹੈ, ਤਾਂ ਕਿਹੜੀ ਚੀਜ਼ ਹੈ ਜਿਹੜੀ rupture ਹੁੰਦੀ ਹੈ? ਸੋ ਉਹ ਹੈ amniotic fluid, option B। ਇਹ important ਹੈ ਪੇਪਰ ਲਈ। Which of the following is not an example of live attenuated vaccine? So ਉਹ ਹੈ tetanus vaccine, option A। Subunit vaccine is all except, so ਇਹਨਾਂ ਦੇ ਵਿੱਚੋਂ ਇੱਕ ਪੂਰੀ ਤਰ੍ਹਾਂ ਪਿਓਰੀਫਾਈਡ ਵਾਇਰਸ ਵਾਲੀ ਜਿਹੜੀ ਵੈਕਸੀਨ ਹੈ ਉਹ ਸਬਿਊਟਾਈਨ ਨਹੀਂ ਹੁੰਦੀ, ਬਾਕੀ ਇਹ ਤਿੰਨੋਂ ਨੇ। Ebola virus disease contagious ਹੈ, जानलेवा outbreak of disease have increased in higher number throughout African region। When was the first vaccine against Ebola virus authorized and approved by FDA? So Ebola virus ਦੇ against ਪਹਿਲੀ vaccine authorize ਕੀਤੀ ਸੀ ਸਾਲ 2019 ਵਿੱਚ, option D। Next is very important। ਇਹ question paper ਚ ਆਉਣ ਦੇ ਕਾਫੀ high chances ਨੇ। ਬਹੁਤ important scheme ਨਾਲ related ਹੈ। ICDS ਦਾ ਮਤਲਬ ਕੀ ਹੈ? ਇਹਦੀ full form ਕੀ ਹੈ? ICDS ਦਾ ਮਤਲਬ ਹੈ option 1, Integrated Child Development Scheme, option 1। ਅਗਲਾ last question ਆਪਣੇ ਅੱਜ ਦੇ ਇਸ ਮੇਗਾ ਸੈਸ਼ਨ ਦਾ, ਕਿਹੜੀ ਸਰਵਿਸ ਹੈ ਜਿਹੜੀ ICDS ਸਕੀਮ ਦੇ ਅੰਦਰ ਨਹੀਂ ਪ੍ਰੋਵਾਈਡ ਕਰਵਾਈ ਜਾਂਦੀ? So not provided, this is option C, distribution of free books and school dress to the children। So last ਵਿੱਚ ਉਰੇ ਹੁਣ ਮੈਂ ਤੁਹਾਨੂੰ ਸਕੀਮ ਦੀਆਂ ਥੋੜੀ ਜਿਹੀ ਸਪੈਸੀਫਿਕੇਸ਼ਨ ਦੱਸ ਦਿੰਨੀ ਆ ਜੋ ਪੇਪਰ ਲਈ ਇੰਪੋਰਟੈਂਟ ਨੇ। ਸਭ ਤੋਂ ਪਹਿਲੀ ਚੀਜ਼, ICDS ਸਕੀਮ ਸੈਂਟਰਲੀ ਸਪਾਂਸਰਡ ਸਕੀਮ ਹੈ। ਇਹ ਵਰਡ ਸੈਂਟਰਲੀ ਤੁਸੀਂ ਯਾਦ ਰੱਖਣਾ ਹੈ। ਜਿੰਨੀਆਂ ਯੂਨੀਅਨ ਟੈਰੀਟਰੀਜ਼ ਨੇ, ਸਟੇਟ ਗਵਰਨਮੈਂਟਸ ਨੇ, ਉਹ ਆਪਣੇ ਆਪਣੇ ਏਰੀਆ ਦੇ ਵਿੱਚ, ਆਪਣੀ ਯੂਟੀ ਵਿੱਚ, ਸਟੇਟ ਵਿੱਚ ਇਹਨੂੰ ਲਾਗੂ ਕਰਵਾਉਂਦੀਆਂ ਨੇ। ਮੇਨ ਮਕਸਦ ਹੈ ਕਿ ਪੂਰੀ ਦੀ ਪੂਰੀ ਹੋਲਿਸਟਿਕ ਡਿਵੈਲਪਮੈਂਟ ਹੋ ਸਕੇ ਬੱਚਿਆਂ ਦੀ ਜਿਨ੍ਹਾਂ ਦੀ 6 ਸਾਲ ਤੋਂ ਨੀਚੇ ਉਮਰ ਹੈ। ਇਹ ਏਜ ਗਰੁੱਪ ਯਾਦ ਰੱਖਣਾ। ਨਾਲ ਇਹਦੇ ਅੰਦਰ ਆਉਂਦੀਆਂ ਨੇ ਪ੍ਰੈਗਨੈਂਟ, ਗਰਭਵਤੀ ਮਹਿਲਾਵਾਂ। ਉਸ ਤੋਂ ਬਾਅਦ ਜਿਹੜੀਆਂ ਰੀਸੈਂਟਲੀ ਬੇਬੀ ਬੌਰਨ ਕਰ ਚੁੱਕੀਆਂ ਨੇ, ਲੈਕਟੇਟਿੰਗ ਮਦਰ। ਆਮ ਤੌਰ ਤੇ ਇਹਦੇ ਚ ਆਉਂਦੀਆਂ ਨੇ ਜਿਨ੍ਹਾਂ ਦੇ ਬੇਬੀ 0 ਤੋਂ 2 ਸਾਲ ਦੇ ਹੁੰਦੇ ਨੇ। ਸੋ ਲੈਕਟੇਟਿੰਗ ਮਦਰਸ ਹੋ ਗਿਆ। ਇਹਨਾਂ ਸਾਰਿਆਂ ਨੂੰ 6 ਸਰਵਿਸਿਜ਼ ਦਿੱਤੀਆਂ ਜਾਂਦੀਆਂ ਨੇ ਇਸ ਸਕੀਮ ਦੇ ਅੰਦਰ। ਇਹ 6 ਸਰਵਿਸਿਜ਼ ਦਾ ਨਾਮ ਬਹੁਤ ਇੰਪੋਰਟੈਂਟ ਹੈ। ਪੇਪਰ 'ਚ 100% ਇਹਦੇ ਨਾਲ ਰਿਲੇਟਡ ਕੋਈ ਵੀ ਡਾਇਰੈਕਟਲੀ ਇਨਡਾਇਰੈਕਟ ਤੁਹਾਨੂੰ ਕੁਐਸਚਨ ਜ਼ਰੂਰ ਪੁੱਛਿਆ ਜਾਊਗਾ ICDS ਦੇ ਉੱਤੇ। ਸੋ 6 ਸਕੀਮ ਦੇ ਵਿੱਚ ਪਹਿਲੀ ਚੀਜ਼ ਇੰਪੋਰਟੈਂਟ ਆਉਂਦੀ ਆ ਸਪਲੀਮੈਂਟਰੀ ਨਿਊਟ੍ਰੀਸ਼ਨ। ਦੂਜੇ ਨੰਬਰ ਤੇ ਆਉਂਦਾ ਇਮਿਊਨਾਈਜੇਸ਼ਨ, ਟੀਕਾਕਰਨ।
ਤੀਜੇ ਨੰਬਰ ਤੇ ਹੈਲਥ ਚੈੱਕਅਪ, ਚੌਥੇ ਨੰਬਰ ਤੇ ਆਉਂਦਾ ਰੈਫਰਲ ਸਰਵਿਸਿਜ਼, ਪੰਜਵੇਂ ਨੰਬਰ ਤੇ ਆਉਂਦੇ ਨੇ ਪ੍ਰੀ ਸਕੂਲ ਨਾਨ ਫਾਰਮਲ ਐਜੂਕੇਸ਼ਨ, ਵੈਰੀ ਇੰਪੋਰਟੈਂਟ, ਜਿਹਨੂੰ ਆਪਾਂ ਆਂਗਨਵਾੜੀ ਸੈਟਅਪ ਕਹਿ ਦਿੰਦੇ ਆ, ਜਿੱਥੇ ਨਾਨ ਫਾਰਮਲ ਤਰੀਕੇ ਦੇ ਨਾਲ ਸਕੂਲ ਜਾਣ ਤੋਂ ਪਹਿਲਾਂ ਬੱਚੇ ਨੂੰ ਜੋ ਬੇਸਿਕ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਉਸ ਟਾਈਪ ਦੀ ਸਿੱਖਿਆ ਪ੍ਰੋਵਾਈਡ ਕਰਵਾਈ ਜਾਂਦੀ ਹੈ। ਤੇ ਲਾਸਟ ਵਿੱਚ ਆਉਂਦੀ ਹੈ ਨਿਊਟ੍ਰੀਸ਼ਨ ਤੇ ਹੈਲਥ ਐਜੂਕੇਸ਼ਨ, 3 ਤੋਂ 6 ਸਾਲ ਤੱਕ ਦੇ ਬੱਚਿਆਂ ਨੂੰ ਦੱਸਿਆ ਜਾਂਦਾ ਕਿ ਉਹਨਾਂ ਨੇ ਮਾਲ ਨਿਊਟ੍ਰੀਸ਼ਨ ਤੋਂ ਕਿਵੇਂ ਬਚਣਾ, ਕਿਹੜੀਆਂ ਚੀਜ਼ਾਂ ਖਾਣੀਆਂ ਨੇ, ਕੀ ਬੈਨੀਫਿਟ ਹੈ, ਹੈਲਦੀ ਡਾਈਟ ਕੀ ਹੁੰਦੀ ਹੈ। ਸੋ ਇਹ 6 ਸਰਵਿਸਿਜ਼ ਇਸ ਸਕੀਮ ਦੇ ਅੰਦਰ ਆਉਂਦੀਆਂ ਨੇ। ਤੇ ਇਹਦੇ ਵਿੱਚੋਂ ਇੱਕ ਹੋਰ ਇੰਪੋਰਟੈਂਟ ਕੁਐਸਚਨ ਬਣਦਾ ਕਿ ਕਿਹੜੀਆਂ ਇੰਪੋਰਟੈਂਟ ਸਰਵਿਸਿਜ਼ ਨੇ ਜਿਹੜੀਆਂ ਪਬਲਿਕ ਹੈਲਥ ਇਨਫਰਾਸਟ੍ਰਕਚਰ ਦੇ ਦੁਆਰਾ ਪ੍ਰੋਵਾਈਡ ਕਰਵਾਏ ਜਾਂਦੇ ਨੇ। ਸੋ ਉਹ ਸਿਰਫ 3 ਹੀ ਸਰਵਿਸਿਜ਼ ਨੇ ਜਿਹੜੀਆਂ ਮਿਨਿਸਟਰੀ ਆਫ ਹੈਲਥ ਤੇ ਫੈਮਿਲੀ ਵੈਲਫੇਅਰ ਅਲੱਗ ਤੋਂ ਪ੍ਰੋਵਾਈਡ ਕਰਵਾਉਂਦੀਆਂ ਨੇ। ਇਹ 6 ਦੇ ਵਿੱਚੋਂ ਉਹਦੇ ਵਿੱਚੋਂ ਨੰਬਰ 1 ਤੇ ਆਉਂਦੀ ਹੈ ਇਮਿਊਨਾਈਜੇਸ਼ਨ, ਟੀਕਾਕਰਨ, ਨੰਬਰ 2 ਤੇ ਹੈਲਥ ਚੈੱਕਅਪ ਤੇ ਨੰਬਰ 3 ਤੇ ਰੈਫਰਲ ਸਰਵਿਸ। ਸੋ ਇਹ ਵੀ ਤੁਸੀਂ ਯਾਦ ਰੱਖਣਾ ਹੈ। ਵਿਦ ਦਿਸ ਵੀ ਆਰ ਡਨ ਵਿਦ ਟੂਡੇਜ਼ ਇੰਪੋਰਟੈਂਟ ਲੈਕਚਰ। ਆਈ ਹੋਪ ਇਹ ਪੇਪਰ ਲਈ ਤੁਹਾਡੇ ਹੈਲਪਫੁਲ ਰਹੇ। ਇਹਦੀ PDF ਮੈਂ ਟੈਲੀਗ੍ਰਾਮ ਗਰੁੱਪ ਦੇ ਵਿੱਚ ਸ਼ੇਅਰ ਕਰ ਦੂੰਗੀ, ਜਿਹੜਾ ਵਿਕਟਰਸ ਨੌਲੇਜ ਦਾ ਪਬਲਿਕ ਚੈਨਲ ਹੈ ਉਹਦੇ ਵਿੱਚ ਵੀ, ਤੇ ਅਲੱਗ ਤੋਂ ਜਿਹੜਾ ਆਂਗਨਵਾੜੀ ਸੁਪਰਵਾਈਜ਼ਰ ਦਾ ਗਰੁੱਪ ਬਣਾਇਆ ਹੋਇਆ ਉਹਦੇ ਵਿੱਚ ਵੀ। ਸੋ ਦੈਟਸ ਆਲ ਫॉर ਟੁਡੇ। ਥੈਂਕ ਯੂ ਐਂਡ ਗੁੱਡ ਲੱਕ ਫॉर ਐਗਜ਼ਾਮ।